ਜਿਹੜਾ ਇਹ ਬਿੱਲ ਪਾਸ ਕੀਤਾ ਹੈ ਇਹ ਪ੍ਰੋ ਕਾਰਪੋਰੇਟ ਸੈਕਟਰ ਬਿੱਲ ਪਾਸ ਕੀਤਾ ਗਿਆ ਹੈ ਤੇ ਐਂਟੀ ਫਾਰਮਰਸ ਕੀਤਾ। ਮੈਨੂੰ ਲੱਗਦਾ ਹਜ਼ਾਰਾਂ ਦੀ ਤਾਦਾਦ 'ਚ ਖਾਸ ਤੌਰ ਤੇ ਬਠਿੰਡਾ ਮਾਨਸਾ ਸਾਡੀ ਜਿਹੜੀ ਪਰਲੀ ਬੈਲਟ ਹੈ ਬਰਨਾਲਾ ਸਾਈਡ ਹਰ ਰੋਜ਼ 10-10 15-15 ਬੰਦੇ ਸਾਡੇ ਜਿਹੜੇ ਫਾਰਮਰਸ ਨੂੰ ਸੁਸਾਈਡ ਕਮਿਟ ਕਰਦੇ ਨੇ। ਆਰਟੀਕਲ 32 ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈ ਆਰਡਰ 38 ਰੂਲ 7 ਨੇ ਆਪਣੀ ਸੁਪਰੀਮ ਕੋਰਟ ਦੇ ਰੂਲਸ 2013 ਦੇ ਉਹਦੇ ਮੁਤਾਬਕ ਸਾਡੇ ਕੋਲ ਇੱਕ ਲੀਗਲ ਰੈਮੇਡੀ ਹੈ ਕਿ ਆਪਾਂ ਇਹਨਾਂ ਬਿੱਲਾਂ ਨੂੰ ਚੈਲੰਜ ਕਰ ਸਕਦੇ। ਪੂਰੀ ਲੀਗਲ ਟੀਮ ਲਾ ਕੇ ਲੀਗਲ ਐਕਸਪਰਟਸ ਦੀ ਰਾਏ ਲੈ ਕੇ ਪੂਰਾ ਅਸੀਂ ਮੈਨੂੰ ਲੱਗਦਾ 4-5 ਦਿਨ ਵਕੀਲ ਸਾਹਿਬ ਅਸੀਂ ਰਾਤ ਦਿਨ ਮਿਹਨਤ ਕੀਤੀ, ਪਟੀਸ਼ਨ ਬਣਾਈ, ਡਰਾਫਟ ਤਿਆਰ ਕੀਤਾ। ਉਹਦੇ ਵਿੱਚ ਜਿਹੜੀ ਮੁੱਖ ਮੰਗ ਕੀਤੀ ਅਸੀਂ ਉਹ ਰੱਦ ਦੀ ਮੰਗ। ਜੇ ਲੱਖੋਵਾਲ ਗਰੁੱਪ ਨਾ ਆਉਂਦਾ ਤੁਹਾਡੇ ਕੋਲ ਹੋਰ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਕਿਸਾਨ ਆਉਂਦਾ ਤੁਸੀਂ ਰਿਟ ਦਾਇਰ ਕਰਦੇ ਨਹੀਂ ਸੀ। ਜੇ ਕੋਈ ਇੰਡੀਵਿਜੂਅਲ ਕੋਈ ਫਾਰਮਰ ਅਪਰੋਚ ਸਾਨੂੰ ਜਥੇਬੰਦੀਆਂ ਅਲੱਗ-ਅਲੱਗ ਅਪਰੋਚ ਤਾਂ ਕਰ ਰਹੀਆਂ ਸਨ, ਪਰ ਇਹ ਕਿਉਂਕਿ ਇਹ ਜਦੋਂ ਹੁਣ ਇੱਕ ਵਾਰੀ ਤਿਆਰੀ 'ਚ ਕੋਈ ਕੇਸ ਇੱਦਾਂ ਨਹੀਂ ਹੁੰਦਾ, ਕੇਸ ਦੀ ਅਗਲਾ ਤਿਆਰੀ ਨਾਲ ਆਉਂਦਾ। ਸੋ ਇਹ ਆਏ ਤਾਂ ਡੈਫੀਨੇਟਲੀ ਅਸੀਂ ਆਪਣੀ ਜੋ ਸਾਡੇ ਤੇ ਬਣਦੀ ਸੀ ਅਸੀਂ ਆਪਣੀ ਉਹਦੀ ਕਾਰਵਾਈ ਪ੍ਰੋਪਰ ਪਟੀਸ਼ਨ ਡਰਾਫਟ ਕੀਤੀ। ਬਲਵੀਰ ਸਿੰਘ ਰਾਜੇਵਾਲ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਇੱਕ ਗਰੁੱਪ ਦੇ, ਉਹਨਾਂ ਨੇ ਇੱਕ ਸਵਾਲ ਬੜਾ ਵੱਡਾ ਖੜਾ ਕਰਤਾ ਕਿ ਸੁਪਰੀਮ ਕੋਰਟ ਦੇ ਜਿਹੇ ਜਿਹੇ ਫੈਸਲੇ ਆਉਂਦੇ ਨੇ ਕਿਸੇ ਦਬਾਅ ਹੇਠ ਆਉਂਦੇ ਨੇ, ਇਹੋ ਜਿਹੇ ਮਾਹੌਲ 'ਚ ਕਿਸਾਨਾਂ ਦੀ ਜਿੱਤ ਨਹੀਂ ਸੀ ਹੋਣੀ। ਕਿ ਸੁਪਰੀਮ ਕੋਰਟ 'ਤੇ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਸਕਦੇ ਨੇ। ਸੁਪਰੀਮ ਕੋਰਟ ਜਿਹੜੀ ਇੰਡੀਆ ਦੀ ਹੈ ਇਹਦੇ ਕੋਲੇ ਕਹਿੰਦੇ ਵਿਸ਼ੇਸ਼ ਪਾਵਰ ਹੈ, ਕਿਸੇ ਹੋਰ ਦੇਸ਼ ਦੀ ਸੁਪਰੀਮ ਕੋਰਟ ਕੋਲ ਇੰਨੀ ਪਾਵਰ ਨਹੀਂ ਕਿ ਪਾਰਲੀਮੈਂਟ ਦੇ ਫੈਸਲਿਆਂ ਨੂੰ ਰੱਦ ਕਰ ਸਕਦੀ ਹੋਵੇ ਕੋਈ ਸੁਪਰੀਮ ਕੋਰਟ। ਜੇਕਰ ਸਾਨੂੰ ਬੀਇੰਗ ਅ ਲਾਇਰ ਸਾਨੂੰ ਅਪਾਇੰਟ ਕੀਤਾ ਹੈ ਤਾਂ ਅਸੀਂ ਉਹਦੇ 'ਚ ਐਜ਼ ਪਰ ਦੀ ਜੋ ਪ੍ਰੋਸੀਜਰ ਹੈ ਕਾਨੂੰਨ ਦਾ ਉਹਦੇ ਮੁਤਾਬਕ ਆਰਟੀਕਲ 32 ਆਰਡਰ 38 ਰੂਲਸ ਜਿਹੜਾ ਹੈ 7 ਹੈ ਸਾਡੇ ਉਹਦੇ ਆਪਣੇ ਸੁਪਰੀਮ ਕੋਰਟ ਜਿਹੜੇ ਬਣੇ ਨੇ 2013 ਉਹਦੇ ਮੁਤਾਬਕ ਤਾਂ ਇੰਡੀਵਿਜੂਅਲ ਜਾ ਸਕਦਾ ਹੈ। ਸਾਡੇ ਵਾਲੀ ਰਿਟ ਪਟੀਸ਼ਨ ਵੀ ਜਿਵੇਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਸੀ, ਪੈਰਲਲ ਹੀ ਲਿਆ ਕੇ ਸਾਡੀ ਸਟੇਟ ਵੱਲੋਂ ਵੀ ਇੱਕ ਰਿਟ ਪਟੀਸ਼ਨ ਪਾਈ ਜਾਂਦੀ ਜਾਂ ਹੋਰ ਐਸੋਸੀਏਸ਼ਨਸ ਵੀ ਅਸੀਂ ਰਿਟ ਪਟੀਸ਼ਨਸ ਇਕੱਠੀਆਂ ਹੋ ਕੇ ਸਾਰੇ ਪਾਉਂਦੇ, ਫਾਰਮਰ ਐਸੋਸੀਏਸ਼ਨਸ ਦੀ ਮੈਂ ਗੱਲ ਕਰਦਾ ਤਾਂ ਅਸੀਂ ਇਸ ਚੀਜ਼ ਨੂੰ ਮੈਂ ਬੀਇੰਗ ਏ ਲਾਇਰ ਅਸੀਂ ਦੋਵੇਂ ਭਰਾ ਇੱਥੇ ਬੈਠੇ ਹਾਂ, ਅਸੀਂ ਨੈਗੇਟਿਵ ਨਹੀਂ ਲੈ ਸਕਦੇ। ਮੈਂ ਉਹਦੀ ਇੱਕ ਵੀਡੀਓ ਦੇਖੀ, ਉਹ ਕਹਿੰਦਾ ਜਿਹੜੇ ਇਹ ਐਡਵੋਕੇਟ ਗਏ ਨੇ ਉਹਨਾਂ ਐਡਵੋਕੇਟਸ ਦੀ ਕ੍ਰੈਡੀਬਿਲਿਟੀ ਦੇਖਣੀ ਚਾਹੀਦੀ ਹੈ, ਉੱਥੇ ਐਡਵੋਕੇਟ ਔਨ ਰਿਕਾਰਡ ਦੀ ਕ੍ਰੈਡੀਬਿਲਿਟੀ ਦੇਖਣੀ ਚਾਹੀਦੀ ਹੈ। ਉਹ ਵੀਰ ਮੇਰਿਆ ਅਸੀਂ ਆਪ ਇੱਕ ਕਿਸਾਨ ਆ, ਅਸੀਂ ਉਹ ਕਿਸਾਨ ਆ ਵੀ ਕਾਲਾ ਕੋਟ ਤਾਂ ਸਰ ਅਸੀਂ ਇੱਕ ਤੁਸੀਂ ਇਹ ਕਹਿ ਲਓ ਵੀ ਸਿਰਫ ਅਸੀਂ ਇੱਕ ਪੇਸ਼ੇ ਵਜੋਂ ਪਾਉਂਦੇ ਆ। ਸਾਨੂੰ ਗ੍ਰਿਫਤਾਰੀ ਦੀ ਲੋੜ ਪੈਂਦੀ ਹੈ ਸਰ, ਅਸੀਂ ਗ੍ਰਿਫਤਾਰੀ ਸਭ ਤੋਂ ਪਹਿਲਾਂ ਅਸੀਂ ਦੋਨੇ ਭਰਾ ਦੇਵਾਂਗੇ, ਗ੍ਰਿਫਤਾਰੀ ਦੇਵਾਂਗੇ। 31 ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਇੱਕ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਦਾ ਜਾ ਕੇ ਕੁੰਡਾ ਖੜਕਾ ਦਿੱਤਾ ਸੀ। ਜਿਹੜੀਆਂ 30 ਜਥੇਬੰਦੀਆਂ ਸੀ ਉਹਨਾਂ ਦੇ ਆਗੂਆਂ 'ਚ ਇੱਕ ਵੱਡਾ ਰੋਸ ਪੈਦਾ ਹੋ ਗਿਆ ਕਿ ਹਰਿੰਦਰ ਸਿੰਘ ਲੱਖੋਵਾਲ ਬਿਨਾਂ ਬਾਕੀ ਜਥੇਬੰਦੀਆਂ ਨੂੰ ਦੱਸੇ ਸਿੱਧਾ ਸੁਪਰੀਮ ਕੋਰਟ ਵਿੱਚ ਕਿਉਂ ਚਲੇ ਗਏ ਹਨ। ਸੋਸ਼ਲ ਮੀਡੀਆ 'ਤੇ ਕਾਫੀ ਕਿਰਕਰੀ ਹੋਣ ਲੱਗੀ। ਉਸ ਤੋਂ ਬਾਅਦ ਲੱਖੋਵਾਲ ਨੇ ਕਿਸਾਨਾਂ ਦੀ ਗੱਲ ਮੰਨਦੇ ਹੋਏ ਹੋਰ ਕਿਸਾਨ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਉਹ ਕੇਸ ਵਾਪਸ ਲੈ ਲੈਣਗੇ। ਕਿਸਾਨ ਆਗੂਆਂ ਨਾਲ ਉਹਨਾਂ ਦੀ ਮੀਟਿੰਗ ਹੋਈ, 1-2 ਦਿਨ ਉਹਨਾਂ ਨੂੰ ਕਿਸਾਨ ਸੰਘਰਸ਼ ਤੋਂ ਦੂਰ ਵੀ ਰਹਿਣਾ ਪਿਆ। ਹੁਣ ਕੇਸ ਸੁਪਰੀਮ ਕੋਰਟ ਵਿੱਚੋਂ ਲੱਖੋਵਾਲ ਨੇ ਵਾਪਸ ਲੈ ਲਿਆ। ਉਹਨਾਂ ਦਾ ਜੋ ਕੇਸ ਦਾਇਰ ਕੀਤਾ ਸੀ ਘੁੰਮਣ ਬ੍ਰਦਰ ਨੇ, ਉਹ ਸਾਡੇ ਨਾਲ ਨੇ। ਘੁੰਮਣ ਸਾਹਿਬ ਇਹ ਵਕੀਲ ਸਾਹਿਬ ਤੋਂ ਪੁੱਛਾਂਗੇ ਕਿ ਪਹਿਲਾਂ ਕੇਸ ਦਰਜ ਕੀਤਾ ਕੀ ਪਲੀ ਲਈ, ਹੁਣ ਫਿਰ ਕੇਸ ਵਾਪਸ ਲਿਆ, ਕਿ ਇਹਦਾ ਭਵਿੱਖ ਦੇ ਵਿੱਚ ਨੁਕਸਾਨ ਵੀ ਹੋ ਸਕਦਾ। ਸਾਰੀ ਗੱਲ ਕਰਾਂਗੇ ਘੁੰਮਣ ਬ੍ਰਦਰ ਨਾਲ। ਘੁੰਮਣ ਸਾਹਿਬ ਤੁਸੀਂ ਧੰਨਵਾਦ ਤੁਹਾਡਾ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਅਤੇ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਕੇਸ ਦਾਇਰ ਕੀਤਾ, ਤੁਹਾਨੂੰ ਮਤਲਬ ਜੋ ਇਹ ਕਹਿ ਰਿਹਾ ਕਿ ਸਟੇਟ ਦੀ ਸੂਚੀ 'ਚ ਆਉਂਦਾ ਖੇਤੀ ਦਾ ਮਸਲਾ, ਇਹ ਪਲੀ ਲੈ ਕੇ ਤੁਸੀਂ ਕੇਸ ਕੀਤਾ ਕਿ ਹੋਰ ਵੀ ਕੁਛ ਤੁਸੀਂ ਪਲੀ ਲਈ? ਦੇਖੋ ਮੈਂ ਸਭ ਤੋਂ ਪਹਿਲਾਂ ਦੱਸੂੰਗਾ ਕਿ ਲੱਖੋਵਾਲ ਸਾਹਿਬ ਨੇ ਜਦੋਂ ਚਲੋ ਸਾਡੇ ਕੋਲ ਆਏ ਹੈ ਨਾ, ਸਾਨੂੰ ਉਹਨਾਂ ਨੇ ਆ ਕੇ ਸਾਰਾ ਮਾਮਲਾ, ਕਿਉਂਕਿ ਬੀਇੰਗ ਏ ਫਾਰਮਰ ਸਾਡੇ ਤੋਂ ਵੀ ਕੋਈ ਓਹਲਾ ਨਹੀਂ ਸੀਗਾ, ਠੀਕ ਹੈ। ਅਸੀਂ ਆਪ ਪਹਿਲਾਂ ਫਾਰਮਰ ਹਾਂ ਅਤੇ ਵਕੀਲ ਬਾਅਦ 'ਚ ਹਾਂ ਜੀ। ਸਾਡੇ ਕੋਲ ਉਹਨਾਂ ਨੇ ਜਦੋਂ ਆਈ ਜਥੇਬੰਦੀ ਹੈ ਨਾ, ਸਰਦਾਰ ਹਰਿੰਦਰ ਸਿੰਘ ਜੀ ਆਏ, ਬੜਾ ਪੋਜ਼ੀਟਿਵਲੀ ਉਹਨਾਂ ਨੇ ਕਿਹਾ ਕਿ ਵਕੀਲ ਸਾਹਿਬ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੋ ਅੱਜ ਦਾ ਇਸ਼ੂ ਹੈ, ਬੈਸਟ ਰੈਮੇਡੀ ਕੀ ਹੋ ਸਕਦੀ ਹੈ, ਕਿੱਦਾਂ ਹੋ ਸਕਦੀ ਹੈ, ਆਪਾਂ ਇਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ। ਸੋ ਅਸੀਂ ਉਹਨਾਂ ਨੂੰ ਦੱਸਿਆ ਜੀ ਕਿ ਦੇਖੋ ਬੀਇੰਗ ਇਹ ਸਾਡਾ ਇੱਕ ਫਰਜ਼, ਸਾਡਾ ਧਰਮ, ਸਾਨੂੰ ਕੀ ਸਿਖਾਇਆ ਜਾਂਦਾ ਹੈ ਵਕਾਲਤ ਦੇ ਵਿੱਚ, ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਕੋਈ ਕਲਾਇੰਟ ਜਦੋਂ ਤੁਹਾਡੇ ਕੋਲ ਕੋਈ ਆਉਂਦਾ ਹੈ ਅਗਰੀਵਡ, ਜਿਹਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਲੋੜ ਇਨਸਾਫ ਦੀ,
ਤਾਂ ਉਹਨੂੰ ਇਨਸਾਫ ਕਰਨ ਲਈ ਕੀ ਰੈਮਡੀਜ਼ ਨੇ ਅਸੀਂ ਐਜ਼ ਪਰ ਦੀ ਕਨਸਟੀਟਿਊਸ਼ਨ ਆਫ ਇੰਡੀਆ ਉਹਨਾਂ ਨੂੰ ਗਾਈਡ ਕੀਤਾ। ਅਸੀਂ ਉਹਨਾਂ ਨੂੰ ਦੱਸਿਆ ਜੀ ਕਿ ਆਰਟੀਕਲ 32 ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈ, ਆਰਡਰ 38 ਰੂਲ 7 ਨੇ ਆਪਣੀ ਸੁਪਰੀਮ ਕੋਰਟ ਦੇ ਰੂਲਸ 2013 ਦੇ, ਉਹਦੇ ਮੁਤਾਬਕ ਸਾਡੇ ਕੋਲ ਇੱਕ ਲੀਗਲ ਰੈਮਡੀ ਹੈ ਕਿ ਆਪਾਂ ਇਹਨਾਂ ਬਿੱਲਾਂ ਨੂੰ ਚੈਲੰਜ ਕਰ ਸਕਦੇ ਹਾਂ। ਜਿਹੜੇ ਤਿੰਨੇ ਹੀ ਬਿੱਲ ਨੇ ਜਿਨ੍ਹਾਂ ਦੇ ਵਿੱਚ ਦੀ ਫਾਰਮਰਸ ਪ੍ਰੋਟੈਕਸ਼ਨ ਇੰਪਾਵਰਮੈਂਟ ਵਾਲਾ, ਦੀ ਫਾਰਮਰਸ ਟ੍ਰੇਡ ਐਂਡ ਕਮਰਸ, ਤੇ ਲਾਸਟ ਵਨ ਜਿਹੜਾ ਦੀ ਐਸੈਂਸ਼ੀਅਲ ਕਮੋਡਿਟੀ ਐਕਟ ਹੈ 2021 ਤੇ 2020 ਵਾਲੇ। ਉਹ ਸਾਰੀ ਚੀਜ਼ ਨੂੰ ਸਰ ਅਸੀਂ ਲੈ ਕੇ ਉਹਨਾਂ ਆਰਡੀਨੈਂਸਿਸ ਨੂੰ ਅਸੀਂ ਆਪਣੀ ਇਹਨਾਂ ਨੂੰ ਓਪੀਨੀਅਨ ਦੇਤੀ। ਓਪੀਨੀਅਨ ਦੇਣ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਜੀ ਕਿ ਤੁਹਾਡੀ ਰਜਿਸਟਰਡ ਹੈ ਯੂਨੀਅਨ, ਨੂੰ ਕਹਿੰਦੇ ਜੀ ਰਜਿਸਟਰਡ ਹੈ। ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਪ੍ਰਧਾਨ ਨੇ, ਪ੍ਰੋਪਰ ਬੋਡੀ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਅਸੀਂ ਉਹਨਾਂ ਨੂੰ ਗਾਈਡ ਕੀਤਾ ਜੀ ਕਿ ਇੱਦਾਂ ਕਰਕੇ ਸਰ ਆਪਾਂ ਇਹਨੂੰ ਕੈਂਸਲੇਸ਼ਨ ਮੰਗਾਂਗੇ, ਜਿਹਨੂੰ ਆਪਾਂ ਕੁਐਸ਼ਿੰਗ ਕਹਿੰਦੇ ਆ ਆਰਟੀਕਲ 32 ਥੱਲੇ। ਸੈਕਿੰਡ ਸਾਡੀ ਪਲੀ ਇਹ ਸੀ ਕਿ ਜਦੋਂ ਤੱਕ ਇਹ ਬਿੱਲ ਜਿਹੜੇ ਅਸੀਂ ਚੈਲੰਜ ਕਰਦੇ ਹਾਂ ਇਹਨਾਂ ਬਿੱਲਾਂ ਨੂੰ ਸਟੇ ਵੀ ਕਰਾ ਲਾਂਗੇ। ਇਹ ਸਾਡੀ ਸਰ ਸੈਕਿੰਡ ਸੀਗੀ। ਇਹ ਸਾਰੇ ਸਿਸਟਮ ਨੂੰ ਉਹਨਾਂ ਨੇ ਸਾਨੂੰ ਐਜ਼ ਏ ਵਕੀਲ ਸਾਈਨ ਕਰਤਾ, ਵਕਾਲਤਨਾਮਾ ਸਾਈਨ ਕੀਤਾ। ਅਸੀਂ ਉਹ ਜਿਹੜੀ ਸੀਗੀ, ਦੇਖੋ ਇਹ ਆਰਟੀਕਲ 32 ਥੱਲੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਯੂਨੀਅਨ ਜਾਂ ਐਸੋਸੀਏਸ਼ਨ ਹੀ ਆਵੇ, ਕੋਈ ਇੰਡੀਵਿਜੂਅਲ ਬੰਦਾ ਵੀ ਆ ਸਕਦਾ ਹੈ, ਕੋਈ ਇੱਕ ਫਾਰਮਰ ਫੈਮਿਲੀ ਤੋਂ ਵੀ ਕੋਈ ਵੀ ਬੰਦਾ ਸਾਰੇ ਨੂੰ ਚੈਲੰਜ ਆਰਡੀਨੈਂਸਿਸ ਨੂੰ ਕਰ ਸਕਦਾ। ਤੇ ਸਟੇਟ ਚਾਹੇ ਕੋਈ ਉਹ ਵੀ ਕਰ ਸਕਦੀ ਹੈ, ਕਿਉਂਕਿ ਇਹ ਰਾਜਾਂ ਤੇ ਵੀ ਸਿੱਧਾ ਅਟੈਕ ਹੈ। ਦੇਖੋ ਮੈਂ ਸਟੇਟ ਬਾਰੇ ਜਿਹੜੀ ਗੱਲ ਹੈਗੀ ਉਹ ਆਪਾਂ ਅੱਗੇ ਕਰਦੇ ਨੇ, ਤੁਹਾਨੂੰ ਵਕੀਲ ਸਾਹਿਬ ਖੁੱਲ੍ਹ ਕੇ ਸਾਰਾ ਦੱਸਦੇ ਨੇ। ਅਸੀਂ ਹੁਣ ਤੁਹਾਨੂੰ ਮੋਟੇ ਤੌਰ ਤੇ ਦੱਸਦਾ ਕਿ ਸਾਨੂੰ ਅੰਗੇਜ ਕੀਤਾ। ਅਸੀਂ ਉਹਨਾਂ ਨੂੰ ਪੁੱਛਿਆ ਜੀ ਕਿ ਤੁਹਾਡਾ ਜਿਹੜੇ ਡਾਕੂਮੈਂਟਸ ਨੇ ਉਹ ਸਾਰੇ ਅਸੀਂ ਨੋਟ ਕਰਵਾਤੇ ਜੀ, ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੇ। ਅਸੀਂ ਆਪਣਾ ਧਰਮ ਨਿਭਾਇਆ। ਅਸੀਂ ਸਰ ਇਹ ਜਿਹੜੀ ਪਟੀਸ਼ਨ ਹੈ ਪੂਰੀ ਲੀਗਲ ਟੀਮ ਲਾ ਕੇ, ਲੀਗਲ ਐਕਸਪਰਟਸ ਦੀ ਰਾਏ ਲੈ ਕੇ ਪੂਰਾ ਅਸੀਂ, ਮੈਨੂੰ ਲੱਗਦਾ 4-5 ਦਿਨ ਵਕੀਲ ਸਾਹਿਬ ਅਸੀਂ ਰਾਤ ਦਿਨ ਮਿਹਨਤ ਕੀਤੀ, ਪਟੀਸ਼ਨ ਬਣਾਈ, ਡਰਾਫਟ ਤਿਆਰ ਕੀਤਾ। ਉਹਦੇ ਵਿੱਚ ਜਿਹੜੀ ਮੁੱਖ ਮੰਗ ਕੀਤੀ ਅਸੀਂ ਉਹ ਰੱਦ ਦੀ ਮੰਗੀ। ਸੋ ਅਸੀਂ ਉਹ ਪਟੀਸ਼ਨ ਅਲਟੀਮੇਟਲੀ ਤਿਆਰ ਕਰਵਾ ਕੇ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਅਸੀਂ 5 ਤਰੀਕ ਨੂੰ ਸਵੇਰੇ ਅਸੀਂ ਉੱਥੇ ਪਹੁੰਚ ਗਏ, ਜਿੱਥੇ ਸਾਡੇ ਐਡਵੋਕੇਟ ਔਨ ਰਿਕਾਰਡ ਵਾਲੀ ਟੀਮ, ਜਿਹੜੀ ਸਾਡੀ ਦਿੱਲੀ ਵਾਲੀ ਟੀਮ ਹੈ, ਉਹ ਸਾਰੀ ਤਿਆਰ ਸੀਗੀ। ਸੋ ਅਸੀਂ ਉੱਥੇ ਜਾ ਕੇ ਜਿਹੜੀ ਪਟੀਸ਼ਨ ਜਿਹੜੀ ਸੀਗੀ ਉਹ ਆਪਣੇ ਐਡਵੋਕੇਟ ਔਨ ਰਿਕਾਰਡ ਨੂੰ ਸਪੁਰਦ ਕਰਤੀ ਕਿ ਇਹਨੂੰ ਹੁਣ ਅਗਲੀ ਜਿਹੜੀ ਅਗਲੀ ਕਾਰਵਾਈ ਦੇ ਵਿੱਚ ਲਿਆਂਦਾ ਜਾਵੇ। ਸੋ ਅਸੀਂ ਲੱਖੋਵਾਲ ਸਾਹਿਬ ਨੂੰ ਜਦੋਂ ਉਹ ਸਾਨੂੰ ਅੰਗੇਜ ਕਰਕੇ ਗਏ ਨੇ, ਉਦੋਂ ਸਰ ਇੱਦਾਂ ਦਾ ਕੋਈ ਕਾਨੂੰਨ 'ਚ ਇਹੋ ਜਿਹਾ ਕੁਝ ਨਹੀਂ ਸੀਗਾ ਕਿ ਜੀ ਆਪਾਂ 30-31 ਜਿਹੜੇ ਉਹ ਆਪਣਾ ਅੰਦਰੂਨੀ ਮਾਮਲਾ ਹੈ ਕਿ ਜਿੰਨੀਆਂ ਫਾਰਮਰਸ ਐਸੋਸੀਏਸ਼ਨਸ ਨੇ, ਯੂਨੀਅਨਸ ਨੇ, ਜੇਕਰ ਉਹ ਇਕੱਠੀਆਂ ਹੋ ਕੇ ਆਉਣ ਤਾਂ ਦੇਖੋ ਏਕਤੇ ਵਰਗੀ ਤਾਂ ਕੋਈ ਰੀਸ ਹੈ ਨਹੀਂ। ਪਰ ਕਿਉਂਕਿ ਕਾਨੂੰਨ ਦੇ ਵਿੱਚ ਇਹੋ ਜਿਹੀ ਕੋਈ ਹੈ ਨਹੀਂ ਸੀ ਕੋਈ ਗੱਲ ਵੀ ਜਿਹਦੇ ਨਾਲ ਆਪਾਂ ਇਹ ਕਹਿ ਲਈਏ ਵੀ ਇੱਕ ਐਸੋਸੀਏਸ਼ਨ ਜਾਂ ਇੱਕ ਯੂਨੀਅਨ ਆਈ ਹੈ ਅਤੇ ਬਾਕੀ ਦੀਆਂ ਕਿਉਂ ਨਹੀਂ ਆਈਆਂ। ਸੋ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਪਟੀਸ਼ਨ ਸੀਗੀ ਸੁਪਰੀਮ ਕੋਰਟ ਦੇ ਵਿੱਚ ਉਹ ਅਸੀਂ ਜਾ ਕੇ ਸਰ 5 ਤਰੀਕ ਨੂੰ ਸਵੇਰੇ ਅਸੀਂ ਆਪਣੇ ਐਡਵੋਕੇਟ ਔਨ ਰਿਕਾਰਡ ਨੂੰ ਸਪੁਰਦ ਕੀਤੀ। ਸਪੁਰਦ ਕਰਨ ਤੋਂ ਬਾਅਦ ਅਸੀਂ ਸ਼ਾਮ ਨੂੰ ਦਿੱਲੀ ਤੋਂ ਉਹ ਸਾਰਾ ਡਾਕੂਮੈਂਟੇਸ਼ਨਸ ਪੂਰੀਆਂ ਕਰਕੇ ਆਲਮੋਸਟ ਉਹਨੂੰ ਕਹਿ ਕੇ ਵੀ ਜੇ ਕੋਈ ਤੂੰ ਇੱਕ ਵਾਰੀ ਚੈੱਕ ਕਰਵਾ ਲੈ, ਜੇਕਰ ਕੋਈ ਇਹਦੇ ਵਿੱਚ ਕੋਈ ਹੈ ਕੋਈ ਕਮੀ ਪੇਸ਼ੀ ਤਾਂ ਅਸੀਂ ਕੱਲ੍ਹ ਨੂੰ ਮਾਰਨਿੰਗ ਅਸੀਂ ਦੁਬਾਰਾ 6 ਤਰੀਕ ਨੂੰ ਰੱਖ ਲਿਆ। ਅਤੇ ਸ਼ਾਮ ਨੂੰ ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿਉਂਕਿ ਮੀਡੀਆ ਨੇ ਉਹਨੂੰ ਕਵਰੇਜ ਕਰ ਲਿਆ, ਚਲੋ ਥੋੜ੍ਹਾ ਜਿਹਾ ਇਸ ਚੀਜ਼ ਬਾਰੇ ਸਾਰੇ ਪਾਸੇ ਹੋ ਗਿਆ, ਤਾਂ ਉਸ ਚੀਜ਼ ਬਾਰੇ ਥੋੜ੍ਹਾ ਜਿਹਾ ਜਿਹੜੀਆਂ ਨਾਲ ਦੀਆਂ ਧਿਰਾਂ ਸੀਗੀਆਂ ਉਹਨਾਂ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ। ਤਾਂ ਸਾਨੂੰ ਸ਼ਾਮ ਨੂੰ ਹੀ ਹਰਿੰਦਰ ਸਿੰਘ ਇਹਨਾਂ ਦਾ ਆਪਣੇ ਲੱਖੋਵਾਲ ਸਾਹਿਬ ਦਾ ਫੋਨ ਆ ਗਿਆ ਕਿ ਆਪਾਂ ਜਿੰਨੀਆਂ ਯੂਨੀਅਨਸ ਨੇ, ਸਾਡਾ ਇੱਕ ਆਪਣਾ ਤੁਸੀਂ ਇਹ ਕਹਿ ਲਓ ਕਿ ਸਾਡਾ ਆਪਣਾ ਘਰ ਹੈ, ਸਾਡੇ ਘਰ ਦੇ ਮੈਂਬਰ ਨੇ, ਸੋ ਅਸੀਂ ਸਾਰੀਆਂ ਯੂਨੀਅਨਸ ਦਾ ਸਤਿਕਾਰ ਕਰਦੇ ਹਾਂ ਅਤੇ ਵਕੀਲ ਸਾਹਿਬ ਤੁਸੀਂ ਅਗਲੀ ਕਾਰਵਾਈ ਨੂੰ ਹਾਲ ਦੀ ਘੜੀ ਰੋਕ ਲਾ ਦਿਓ। ਸਾਡੀ ਸਵੇਰੇ ਫਤਿਹਗੜ੍ਹ ਸਾਹਿਬ 11-12 ਵਜੇ ਸਾਡੀ ਮੀਟਿੰਗ ਰੱਖੀ ਹੋਈ ਹੈ। ਸੋ 11-12 ਵਜੇ ਅਗਲੇ ਦਿਨ ਲੱਖੋਵਾਲ ਸਾਹਿਬ ਵੱਡੇ ਵੀ ਆਏ। ਸੋ ਉਹਨਾਂ ਨੇ ਇਹੀ ਫੈਸਲਾ ਸਾਨੂੰ ਅਲਟੀਮੇਟਲੀ ਕਰਕੇ ਦੱਸਿਆ ਕਿ ਜੀ ਆਪਾਂ ਜਿਹੜੀ ਪਟੀਸ਼ਨ ਹੈ, ਇਹ ਜਿਹੜੀ ਪਟੀਸ਼ਨ ਹੈ ਤੁਸੀਂ ਸਰ ਐਜ਼ ਇਟ ਇਜ਼ ਵਕੀਲ ਸਾਹਿਬ ਵਾਪਸ ਲੈ ਲਓ। ਅਸੀਂ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ, ਨਹੀਂ ਤਾਂ ਅਸੀਂ ਬਿਲਕੁਲ ਨਹੀਂ ਜਾਵਾਂਗੇ। ਇਸ ਪਟੀਸ਼ਨ ਨੂੰ ਤੁਸੀਂ ਵਾਪਸ ਲੈ। ਤੁਹਾਡਾ ਇਹ ਕਹਿਣਾ ਸਪਸ਼ਟ ਕਿ ਜੇ ਲੱਖੋਵਾਲ ਗਰੁੱਪ ਨਾ ਆਉਂਦਾ ਤੁਹਾਡੇ ਕੋਲ, ਹੋਰ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਕਿਸਾਨ ਆਉਂਦਾ, ਤੁਸੀਂ ਰਿਟ ਦਾਇਰ ਕਰਦੇ ਨਹੀਂ ਸੀ? ਸਰ ਦੇਖੋ ਜਿਹੜੀ ਰਿਟ ਦੀ ਗੱਲ ਹੈ, ਰਿਟ ਜਿਹੜੀ ਅਸੀਂ ਦਾਖਲ ਜਿਹੜੀ ਸਾਡੇ ਕੋਲ ਤਾਂ ਦੇਖੋ ਜੇ ਕੋਈ 4 ਕਿਸਾਨ ਆ ਜਾਂਦੇ ਅਸੀਂ ਤਾਂ ਵੀ ਜਿਹੜੀ ਰਿਟ ਪਟੀਸ਼ਨ ਹੈ, ਕਿਉਂਕਿ ਸਾਡੇ ਕੋਲ ਵਕੀਲ ਦਾ ਧਰਮ ਕੀ ਹੈ ਕਿ ਜੀ ਆਹ ਗੱਲ ਹੈ, ਇਹਦਾ ਤੁਸੀਂ ਲੀਗਲ ਰੈਮਡੀ ਦੱਸੋ। ਸਾਨੂੰ ਜਦੋਂ ਵਕਾਲਤਨਾਮਾ ਸਾਈਨ ਹੋ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਹਦਾਇਤ ਹੋ ਗਿਆ, ਅਸੀਂ ਆਪਣੀ ਹਦਾਇਤ ਦੇ ਮੁਤਾਬਕ ਹੀ ਕੰਮ ਕਰਾਂਗੇ ਨਾ ਅੱਗੇ। ਸੋ ਕਿਸਾਨ ਯੂਨੀਅਨ ਲੱਖੋਵਾਲ ਆ ਗਈ,
ਹਾਂ ਜੇ ਕੋਈ ਇੰਡੀਵਿਜੂਅਲ ਕੋਈ ਫਾਰਮਰ ਅਪਰੋਚ ਸਾਨੂੰ ਜਥੇਬੰਦੀਆਂ ਅਲੱਗ-ਅਲੱਗ ਅਪਰੋਚ ਤਾਂ ਕਰ ਰਹੀਆਂ ਸਨ, ਪਰ ਇਹ ਕਿਉਂਕਿ ਇਹ ਜਦੋਂ ਹੁਣ ਇੱਕ ਵਾਰੀ ਤਿਆਰੀ 'ਚ ਕੋਈ ਕੇਸ ਇਦਾਂ ਨਹੀਂ ਹੁੰਦਾ, ਕੇਸ ਦੀ ਅਗਲਾ ਤਿਆਰੀ ਨਾਲ ਆਉਂਦਾ ਹੈ। ਸੋ ਇਹ ਆਏ ਤਾਂ ਡੈਫੀਨੇਟਲੀ ਅਸੀਂ ਆਪਣੀ ਜੋ ਸਾਡੇ ਤੇ ਬਣਦੀ ਸੀ ਅਸੀਂ ਆਪਣੀ ਉਹਦੀ ਕਾਰਵਾਈ ਪ੍ਰੋਪਰ ਪਟੀਸ਼ਨ ਡਰਾਫਟ ਕੀਤੀ ਚੰਗੇ ਤਰੀਕੇ ਨਾਲ, ਔਰ ਉਹਦੇ 'ਚ ਮੁੱਖ ਮੰਗ ਇਹ ਕੀਤੀ ਕਿ ਇਹਨਾਂ ਆਰਡੀਨੈਂਸਿਸ ਨੂੰ ਰੱਦ ਕੀਤਾ ਜਾਵੇ। ਦੇਖੋ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੂੰਗਾ ਖੋਖਰ ਸਾਹਿਬ, ਅੱਜ ਆਪਾਂ ਇੱਥੇ ਬੈਠੇ ਹਾਂ, ਜਿਹੜੀ ਸਾਡੀ ਮੰਗ ਦੇਖੋ ਅੱਜ ਭਾਵੇਂ ਕਿਤੇ ਧਰਨਾ ਲੱਗਿਆ, ਭਾਵੇਂ ਕੋਈ ਹਰ ਤਰ੍ਹਾਂ ਨਾਲ ਆਪਣਾ ਹਰ ਇੱਕ ਵਰਗ ਪੂਰੀ ਆਪੋ ਆਪਣੇ ਢੰਗ ਤਰੀਕੇ ਨਾਲ ਜ਼ੋਰ ਲਾ ਰਿਹਾ ਹੈ। ਸਿੰਗਰਸ ਬਖੂਬੀ ਕੰਮ ਕਰ ਰਹੇ ਨੇ, ਸੈਲੀਬ੍ਰਿਟੀ ਭਾਵੇਂ ਕੋਈ ਐਕਟਰ ਹੈ ਉਹ ਕੰਮ ਕਰ ਰਿਹਾ ਹੈ, ਫਾਰਮਰਸ ਨੇ ਕੋਈ ਭਾਵੇਂ ਜੋਬ ਕਰਦਾ ਪਰ ਉਹ ਆਪਣਾ ਕੰਮ ਹਰ ਥਾਂ ਤੇ ਕੋਈ ਪ੍ਰੋਟੈਸਟ ਰੇਲਵੇ ਤੇ ਕਰਕੇ ਬੈਠਾ ਤੇ ਕੋਈ ਸੜਕ ਤੇ ਬੈਠਾ, ਕੋਈ ਰਿਲਾਇੰਸ ਦਾ ਪੰਪ ਘੇਰ ਰਿਹਾ। ਸਾਰਿਆਂ ਨੂੰ ਸਾਡਾ ਸਲੂਟ ਹੈ। ਪਰ ਤੁਸੀਂ ਇਹ ਦੇਖੋ ਵੀ ਜਿਹੜੀ ਸਾਡੇ ਵਾਲੀ ਜਿਹੜੀ ਇੱਕ ਲੀਗਲ ਫਾਈਟ ਜਿਹਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਸਾਂ, ਉਹਦੀ ਮੁੱਖ ਚੀਜ਼ ਕੀ ਸੀ, ਮੁੱਖ ਮੰਗ ਕੀ ਸੀ? ਰੱਦ ਹੀ ਕਰਾਉਣੇ ਸੀਗੇ। ਆਪਾਂ ਇੱਥੇ ਵੀ ਪ੍ਰੋਟੈਸਟ 'ਚ ਵੀ ਇਹੀ ਚੀਜ਼ ਮੰਗ ਰਿਹਾ ਜੀ ਇਹ ਰੱਦ ਕੀਤੇ ਜਾਣ, ਤੇ ਜਿਹੜੀ ਅਸੀਂ ਪਟੀਸ਼ਨ ਲੈ ਕੇ ਗਏ ਹਾਂ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ 'ਚ, ਉਹਦੇ ਵਿੱਚ ਵੀ ਸਾਡੀ ਮੁੱਖ ਮੰਗ ਇਹੀ ਸੀ ਵੀ ਇਹਨੂੰ ਰੱਦ ਕੀਤਾ ਜਾਵੇ। ਇਹਦੇ ਵਿੱਚ ਬਹੁਤ ਮਾੜੀਆਂ ਨੀਤੀਆਂ ਨੇ, ਉਹ ਅੱਗੇ ਅਸੀਂ ਤੁਹਾਨੂੰ ਸਾਰਾ ਵਕੀਲ ਸਾਹਿਬ ਦੱਸਦੇ ਨੇ ਕਿੱਦਾਂ ਕਿੱਦਾਂ। ਇੱਕ ਰਾਜੇਵਾਲ ਜੋ ਬਲਵੀਰ ਸਿੰਘ ਰਾਜੇਵਾਲ ਨੇ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਇੱਕ ਗਰੁੱਪ ਦੇ, ਉਹਨਾਂ ਨੇ ਇੱਕ ਸਵਾਲ ਬੜਾ ਵੱਡਾ ਖੜਾ ਕਰਤਾ ਕਿ ਸੁਪਰੀਮ ਕੋਰਟ ਦੇ ਜਿਹੇ ਜਿਹੇ ਫੈਸਲੇ ਆਉਂਦੇ ਨੇ ਕਿਸੇ ਦਬਾਅ ਹੇਠ ਆਉਂਦੇ ਨੇ, ਇਹੋ ਜਿਹੇ ਮਾਹੌਲ 'ਚ ਕਿਸਾਨਾਂ ਦੀ ਜਿੱਤ ਨਹੀਂ ਸੀ ਹੋਣੀ। ਕਿ ਸੁਪਰੀਮ ਕੋਰਟ ਤੇ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਸਕਦੇ ਨੇ? ਨਹੀਂ ਦੇਖੋ, ਮੈਂ ਬੀਇੰਗ ਏ ਕੌਂਸਲ ਹਨਾ, ਅਸੀਂ ਤਾਂ ਸਿਰ ਝੁਕਾਉਂਦੇ ਆ ਜੀ ਮਾਣਯੋਗ ਸੁਪਰੀਮ ਕੋਰਟ ਨੂੰ, ਮਾਣਯੋਗ ਸਾਡੀ ਹਾਈ ਕੋਰਟ ਨੂੰ। ਇੱਦਾਂ ਪਹਿਲਾਂ ਹੀ ਅਸੈਸ ਕਰ ਲੈਣਾ ਤਾਂ ਇੱਦਾਂ ਤਾਂ ਅਸੀਂ ਕਿਸੇ ਕੇਸ ਦੇ ਵਿੱਚ ਫਿਰ ਤਾਂ ਅਸੀਂ ਕੇਸ ਤੇ ਬਹਿਸ ਹੀ ਨਹੀਂ ਕਰ ਸਕਦੇ ਜੇ ਅਸੀਂ ਪਹਿਲਾਂ ਹੀ ਕੋਈ ਨੈਗੇਟਿਵ। ਨਹੀਂ, ਬਿਲਕੁਲ ਨਹੀਂ। ਦੇਸ਼ ਦੀ ਸੁਪਰੀਮ ਕੋਰਟ ਹੈ, ਸੁਪਰੀਮ ਪਾਵਰ ਹੈ, ਤੇ ਸਾਨੂੰ ਮਾਣ ਹੈ ਉਸ ਸੁਪਰੀਮ ਕੋਰਟ ਦੇ ਉੱਪਰ। ਸਾਨੂੰ ਤਾਂ ਦੇਖੋ ਇਨਸਾਫ ਦੀ ਗੱਲ ਜਿਹੜੀ ਹੈ ਉਹ ਸਾਡੇ ਕੋਲ ਦੇਖੋ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਜਦੋਂ ਸਾਈਨ ਕਰ ਦਿੱਤੇ ਨੇ, ਜਦੋਂ ਥੋੜੀ ਲੋਕ ਸਭਾ ਰਾਜ ਸਭਾ ਨੇ ਸਾਈਨ ਕਰਤੇ ਨੇ, ਲਾਸਟ 'ਚ ਰੈਮਡੀ ਕੀ ਬਚਦੀ ਹੈ? ਸੁਪਰੀਮ ਕੋਰਟ ਬਚਦੀ ਹੈ। ਠੀਕ ਹੈ, ਆਪਾਂ ਜਿਹੜਾ ਪ੍ਰੋਟੈਸਟ ਹੈ ਜਿਹੜਾ ਸਾਡੀ ਫਾਰਮਰਸ ਕਰ ਰਹੇ ਨੇ ਬਹੁਤ ਵੱਡਾ ਉਪਰਾਲਾ ਹੈ, ਇਹਦੇ ਤੋਂ ਬਿਨਾਂ ਪ੍ਰੈਸ਼ਰ ਸਰਕਾਰ ਤੇ ਜ਼ਰੂਰ ਕ੍ਰੀਏਟ ਹੋਣਾ ਹੈ। ਚਲੋ ਅਸੀਂ ਕੋਈ ਉਹਦੇ ਬਾਰੇ ਕਿਸੇ ਜਥੇਬੰਦੀ ਨੇ ਇਹ ਨਹੀਂ ਕਿਹਾ ਕਿ ਜੀ ਇਹ ਨਾ ਕਰਕੇ ਆਪਾਂ ਸੁਪਰੀਮ ਕੋਰਟ ਚਲੇ ਜਾਈਏ, ਉਹ ਤਾਂ ਪੈਰਲਲ ਚੱਲ ਹੀ ਰਹੇ ਸੀਗੇ। ਸੋ ਇਹ ਨਹੀਂ ਹੈਗਾ ਵੀ ਆਪਾਂ, ਉਹ ਤਾਂ ਚੀਜ਼ ਚੱਲ ਹੀ ਰਹੀ ਸੀ। ਇੱਕ ਵਕੀਲ ਸਾਹਿਬ ਹੋਰ ਇਹਦੇ ਵਿੱਚ ਸਵਾਲ ਆਉਂਦਾ ਕਿ ਸੁਪਰੀਮ ਕੋਰਟ ਜਿਹੜੀ ਇੰਡੀਆ ਦੀ ਹੈ, ਇਹਦੇ ਕੋਲੇ ਕਹਿੰਦੇ ਵਿਸ਼ੇਸ਼ ਪਾਵਰ ਹੈ, ਕਿਸੇ ਹੋਰ ਦੇਸ਼ ਦੀ ਸੁਪਰੀਮ ਕੋਰਟ ਕੋਲ ਇੰਨੀ ਪਾਵਰ ਨਹੀਂ ਕਿ ਪਾਰਲੀਮੈਂਟ ਦੇ ਫੈਸਲਿਆਂ ਨੂੰ ਰੱਦ ਕਰ ਸਕਦੀ ਹੋਵੇ ਕੋਈ ਸੁਪਰੀਮ ਕੋਰਟ, ਕੇਵਲ ਇੰਡੀਆ ਦੀ ਸੁਪਰੀਮ ਕੋਰਟ ਹੀ ਕਰ ਸਕਦੀ ਹੈ। ਦੇਖੋ ਆਰਟੀਕਲ 32 ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਦਾ, ਉਹਦੇ ਨਾਲ ਆਰਟੀਕਲ 32 ਦੇ ਵਿੱਚ ਕਲੀਅਰ ਕੱਟ ਇਹ ਹੈਗਾ ਕਿ ਜਿਹੜੀ ਰਿਟ ਪਟੀਸ਼ਨ ਹੈ ਉਹਨੂੰ ਇੰਟਰਟੇਨ ਕਰ ਸਕਦੀ ਹੈ ਸੁਪਰੀਮ ਕੋਰਟ। ਮਾਨਯੋਗ ਕੋਈ ਵੀ ਜੇਕਰ ਕਾਨੂੰਨ ਬਣ ਚੁੱਕਿਆ ਜਿਹੜਾ ਕਿਸਾਨ ਮਾਰੂ ਹੈ, ਜਿਹਦੇ 'ਚ ਸਾਨੂੰ ਇਹ ਲੱਗਦਾ ਕਿ ਸਾਡੇ ਹਿੱਤ 'ਚ ਨਹੀਂ, ਤਾਂ ਉਹਨੂੰ ਤੁਸੀਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਹੀ ਚੈਲੰਜ ਕਰੋਗੇ ਨਾ। ਦੇਖੋ ਸਾਨੂੰ ਮਾਰ ਪਈ ਹੈ ਕਲਮ ਦੀ, ਉਹਨਾਂ ਨੇ ਮਾਰ ਜਿਹੜੀ ਮਾਰੀ ਹੈ ਕਿਸਾਨਾਂ ਨੂੰ, ਕਲਮ ਦੀ ਮਾਰ ਮਾਰੀ ਹੈ, ਤਾਂ ਕਲਮ ਦਾ ਹਿਸਾਬ ਤਾਂ ਕਲਮ ਨਾਲ ਹੀ ਹੋਊਗਾ। ਸੋ ਚਲੋ ਚੰਗੀ ਗੱਲ ਹੈ, ਆਪਾਂ ਜਿਹੜੇ ਪ੍ਰੋਟੈਸਟ ਨੇ ਅਸੀਂ ਕਹਿੰਦੇ ਹਾਂ ਕਿ ਏਕਤਾ ਕਰੋ। ਮੈਂ ਬ੍ਰਦਰ ਅਸੀਂ ਦੋਨਾਂ ਨੇ ਪਹਿਲੇ ਦਿਨ ਵੀ ਅਸੀਂ ਇਹੀ ਰੱਖਿਆ ਕਿ ਜੀ ਜੇਕਰ ਯੂਨੀਅਨਸ ਇਕੱਠੀਆਂ ਹੋ ਕੇ ਆਉਣ ਤਾਂ ਬਹੁਤ ਵਧੀਆ ਹੈ, ਪਰ ਇੰਡੀਵਿਜੂਅਲੀ ਵੀ ਮੈਂ ਇਹ ਕਦੀ ਵੀ ਕਿਸੇ ਨੂੰ ਗਲਤ ਗਾਈਡ ਨਹੀਂ ਨਾ ਕਰ ਸਕਦਾ ਕਿ ਇੱਕ ਯੂਨੀਅਨ ਆ ਗਈ ਜੀ ਹੁਣੇ ਸਾਰੀਆਂ ਇਕੱਠੀਆਂ ਮੇਰੇ ਕੋਲ ਕਰਕੇ ਲੈ ਕੇ ਆਓ। ਸੋ ਉਹਨਾਂ ਨੇ ਅੰਦਰੂਨੀ ਆਪਣਾ ਦੇਖਣਾ ਹੈ, ਲੱਖੋਵਾਲ ਸਾਹਿਬ ਨੇ ਦੇਖਣਾ ਹੈ ਕਿ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਇੱਕ ਮੰਚ ਤੇ ਕਰਕੇ ਲੈ ਕੇ ਆਉਣਾ ਹੈ ਜਾਂ ਇਹਨਾਂ ਦੀਆਂ ਮੀਟਿੰਗਸ ਕਰਨੀਆਂ ਨੇ, ਇਹ ਉਹਨਾਂ ਨੇ ਦੇਖਣਾ ਹੈ ਜੀ। ਅਸੀਂ ਤਾਂ ਬੀਇੰਗ ਏ ਐਡਵੋਕੇਟ, ਸਾਡੇ ਕੋਲ ਤਾਂ ਜੇਕਰ ਇੱਕ ਪਾਰਟੀ ਵੀ ਆ ਗਈ, ਸਾਡੇ ਕੋਲ ਤਾਂ ਮੰਨ ਲਓ ਖੋਖਰ ਸਾਹਿਬ ਆ ਗਏ, ਸਾਡੇ ਕੋਲ ਖੰਗੂੜਾ ਸਾਹਿਬ ਆ ਗਏ, ਬਾਜਵਾ ਸਾਹਿਬ ਆ ਗਏ, ਸਾਡੇ ਕੋਲ ਤਾਂ ਜਦੋਂ ਇੱਕ ਪਾਰਟੀ ਆ ਗਈ ਅਸੀਂ ਤਾਂ ਸਰ ਉਹਦੇ ਵਿੱਚ ਵੀ ਅਸੀਂ ਜਿਹੜਾ ਹੈ ਉਹ ਅਸੀਂ ਜਿਹੜੀ ਹੈਗੀ ਹੈ ਪਟੀਸ਼ਨ ਦੇ ਬਾਰੇ ਅਸੀਂ ਕਾਰਵਾਈ ਜਿਹੜੀ ਅਮਲ 'ਚ ਲੈ ਕੇ ਆਵਾਂਗੇ ਬੀਇੰਗ ਏ ਐਡਵੋਕੇਟ। ਇਹ ਗੱਲ ਤੁਸੀਂ ਕਿਉਂਕਿ ਜਦੋਂ ਰਿਟ ਪਾਈ ਸੁਪਰੀਮ ਕੋਰਟ ਦੇ ਪੁਰਾਣੇ ਫੈਸਲੇ ਵੀ ਦੇਖੇ ਹੋਣੇ, ਸੈਂਟਰ ਸਟੇਟ ਸੰਬੰਧਾਂ ਬਾਰੇ ਫੈਸਲੇ ਕੋਈ ਹੋਏ ਹੋਣੇ ਪੁਰਾਣੇ, ਕੋਈ ਇਹੋ ਜਿਹਾ ਫੈਸਲਾ ਹੋਇਆ ਕਿ ਜਿਸ ਤਰ੍ਹਾਂ ਦੇ ਇਹ ਬਿੱਲ ਆਏ ਨੇ ਕੋਈ ਪੁਰਾਣਾ ਰੱਦ ਹੋਇਆ ਹੋਵੇ, ਕੋਈ ਐਵੇਂ ਦਾ ਬਿੱਲ? ਮੈਂ ਦੱਸਦਾ ਤੁਹਾਨੂੰ ਖੋਖਰ ਸਾਹਿਬ, ਦੇਖੋ ਇੱਥੇ ਦੱਸਣਯੋਗ ਹੈ ਕਿ ਜਿਹੜਾ ਐਗਰੀਕਲਚਰ ਹੈ ਨਾ ਕਿਸੇ ਵੀ ਸਟੇਟ ਦੀ ਹੈ, ਐਗਰੀਕਲਚਰ ਜਿਹੜੀ ਹੈ ਇਹ ਇੱਕ ਸਟੇਟ ਸਬਜੈਕਟ ਹੈ। ਸੋ ਇਹਦੇ ਵਿੱਚ ਜੇਕਰ ਜੇ ਦੇਖਿਆ ਜਾਵੇ ਜਿਹੜਾ ਹੁਣ ਇਹਨਾਂ ਨੇ ਹੁਣ ਨਵੇਂ 3 ਆਰਡੀਨੈਂਸ ਲਿਆਂਦੇ ਨੇ ਜਾਂ ਤੁਸੀਂ ਕਹ ਲਓ ਇਹਨਾਂ ਨੇ ਬਿੱਲ ਪਾਸ ਕੀਤਾ, ਤਾਂ ਇੱਕ ਤਰੀਕੇ ਨਾਲ ਤੁਸੀਂ ਕਹ ਲਓ ਵੀ ਡਾਇਰੈਕਟਲੀ ਇਹਨਾਂ ਨੇ ਜਿਹੜੇ ਇੱਕ ਆਪਣੇ ਦੇ ਸ਼ਡਿਊਲ ਬਣੇ ਨੇ ਕਨਸਟੀਟਿਊਸ਼ਨ ਆਫ ਇੰਡੀਆ ਦੇ, ਉਹਦੇ 'ਚ 7ਵਾਂ ਸ਼ਡਿਊਲ ਜਿਹੜਾ ਹੈ ਉਹ ਕਨਸਟੀਟਿਊਸ਼ਨ ਆਫ ਇੰਡੀਆ ਦਾ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਸਟੇਟ ਸਬਜੈਕਟ ਨੇ ਜਿਹਦੇ 'ਚ ਐਗਰੀਕਲਚਰ ਹੁੰਦੀ ਹੈ, ਉਹਦੇ 'ਚ ਤੁਸੀਂ ਕਹ ਲਓ ਵੀ ਇੱਕ ਤਰੀਕੇ ਨਾਲ ਸੈਂਟਰ ਗੌਰਮੈਂਟ ਨੇ ਡਾਇਰੈਕਟਲੀ ਇਨਵੋਲਵਮੈਂਟ ਕੀਤੀ ਹੈ। ਠੀਕ ਹੈ, ਸੋ ਉਹਦੇ 'ਚ 7ਵੇਂ ਸ਼ਡਿਊਲ ਦੀ ਕਲੀਅਰ ਕੱਟ ਜੇ ਇਸ ਕੇਸ ਦੇ ਵਿੱਚ ਦੇਖਿਆ ਜਾਵੇ ਤਾਂ ਉਲੰਘਣਾ ਕੀਤੀ ਗਈ ਹੈ। ਔਰ ਨੰਬਰ 2
ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਠੀਕ ਹੈ, ਜੇਕਰ ਅਸੀਂ ਇੱਕ ਕਿਸਾਨ ਜਥੇਬੰਦੀਆਂ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਹੈ ਤਾਂ ਜਾਂ ਤੁਸੀਂ ਕਹ ਲਓ ਕਿਸੇ ਇੰਡੀਵਿਜੂਅਲ ਨੇ ਜੇਕਰ ਸਾਨੂੰ ਬੀਇੰਗ ਅ ਲਾਇਰ ਸਾਨੂੰ ਅਪਾਇੰਟ ਕੀਤਾ ਹੈ ਤਾਂ ਅਸੀਂ ਉਹਦੇ 'ਚ ਐਜ਼ ਪਰ ਦੀ ਜੋ ਪ੍ਰੋਸੀਜਰ ਹੈ ਕਾਨੂੰਨ ਦਾ ਉਹਦੇ ਮੁਤਾਬਕ ਆਰਟੀਕਲ 32 ਆਰਡਰ 38 ਰੂਲਸ ਜਿਹੜਾ ਹੈ 7 ਹੈ ਸਾਡੇ ਉਹਦੇ ਆਪਣੇ ਸੁਪਰੀਮ ਕੋਰਟ ਜਿਹੜੇ ਬਣੇ ਨੇ 2013 ਉਹਦੇ ਮੁਤਾਬਕ ਤਾਂ ਇੰਡੀਵਿਜੂਅਲ ਜਾ ਸਕਦਾ ਹੈ। ਪਰ ਇਹਦੇ 'ਚ ਜਿਹੜੀ ਸਭ ਤੋਂ ਪਹਿਲੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਹੁਣ ਮੈਂ ਸਮਝਦਾ ਵੀ 15-20 ਦਿਨ ਤੋਂ ਇਹ ਜਿਹੜਾ ਸਾਰਾ ਆਪਾਂ ਸਾਰੇ ਦੇਖ ਰਹੇ ਹਾਂ ਵੀ ਐਜੀਟੇਸ਼ਨਸ ਵੀ ਚੱਲ ਰਹੇ ਨੇ, ਸਾਰਾ ਹੀ ਚੱਲ ਰਿਹਾ ਹੈ। ਇਹਦੇ 'ਚ ਜਿਹੜੀ ਮੁੱਖ ਰਿਸਪੌਂਸਿਬਿਲਿਟੀ ਬਣਦੀ ਹੈ ਉਹ ਸਟੇਟ ਦੀ ਬਣਦੀ ਹੈ, ਔਰ ਸਟੇਟ ਨੂੰ ਸਾਨੂੰ ਰਿਪਰੈਜ਼ੈਂਟ ਕੌਣ ਕਰ ਰਿਹਾ, ਇਹ ਇੱਕ ਬੜਾ ਵੱਡਾ ਸਵਾਲ ਹੈ। ਸਾਡੀ ਸਟੇਟ ਨੂੰ ਅੱਜ ਦੀ ਡੇਟ 'ਚ ਰਿਪਰੈਜ਼ੈਂਟ ਕਰ ਰਹੇ ਨੇ ਮਾਨਯੋਗ ਸੀਐਮ ਸਾਹਿਬ ਪੰਜਾਬ। ਸੋ ਇੱਕ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਆਰਟੀਕਲ 131, ਕਿਉਂਕਿ ਇਹਦੇ 'ਚ ਮੈਂ ਕਿਉਂ ਇਹ ਗੱਲ ਤੁਹਾਨੂੰ ਕਹਿਣੀ ਜਾ ਰਿਹਾ, ਕਿਉਂਕਿ ਇਹ ਇੱਕ ਸਟੇਟ ਸਬਜੈਕਟ ਸੀ, ਸਟੇਟ ਦਾ ਇੱਕ ਸਾਰਾ ਸਿਸਟਮ ਸੀ। ਇਹਦੇ 'ਚ ਇੱਕ ਡਾਇਰੈਕਟਲੀ ਤੁਸੀਂ ਕਹ ਲਓ ਵੀ ਸੈਂਟਰ ਗੌਰਨਮੈਂਟ ਨੇ ਇੱਕ ਇੰਟਰਫੇਰੈਂਸ ਕੀਤੀ ਹੈ ਇਹ ਕਾਨੂੰਨ ਲਾਗੂ ਕਰਕੇ। ਸੋ 7ਵੇਂ ਸ਼ਡਿਊਲ ਜਿਹੜਾ ਬਣਿਆ ਉਹਦੀ ਉਲੰਘਣਾ ਸੀ, ਤੇ ਉਹਦੇ ਮੁਤਾਬਕ ਮੈਂ ਸਮਝਦਾ ਵੀ ਇੱਕ ਨੈਤਿਕ ਜ਼ਿੰਮੇਵਾਰੀ ਸਮਝ ਕੇ ਆਰਟੀਕਲ 131 ਦੇ ਮੁਤਾਬਕ ਇਹ ਸਟੇਟ ਨੂੰ ਮੈਟਰ, ਜਿਵੇਂ ਚਲੋ ਅਸੀਂ ਅਟੈਂਪਟ ਮੈਂ ਕਹਾਂਗਾ ਵੀ ਇੱਕ ਚੰਗੀ ਮੈਂ ਸੋਚਣਾ ਵੀ ਅਸੀਂ ਚਲੋ ਸਾਨੂੰ ਇੱਕ ਕਿਸਾਨ ਜਥੇਬੰਦੀ ਨੇ ਸਾਨੂੰ ਆ ਕੇ ਕੀਤਾ, ਉਹ ਉਹਨਾਂ ਦਾ ਇੰਟਰਨਲ ਮਸਲਾ ਹੈ ਵੀ ਉਹ ਰਾਜੇਵਾਲ ਸਾਹਿਬ ਨੇ ਅਪੋਜ਼ ਕੀਤਾ ਜਾਂ ਲੱਖੋਵਾਲ ਸਾਹਿਬ ਨੇ ਆ ਕੇ ਸਾਨੂੰ ਕੀਤਾ, ਅਸੀਂ ਉੱਥੇ ਲੈ ਕੇ ਮਸਲੇ ਨੂੰ ਸੁਪਰੀਮ ਕੋਰਟ 'ਚ ਐਜ਼ ਪਰ ਦੀ ਰੈਮਡੀ ਗਏ। ਪਰ ਇੱਕ ਮੈਂ ਸਮਝਦਾ ਵੀ ਇੱਕ ਰਿਸਪੌਂਸਿਬਿਲਿਟੀ ਸਾਡੀ ਸਟੇਟ ਦੀ ਵੀ ਚਾਹੀਦੀ ਹੈ। ਤੁਹਾਡਾ ਸਪਸ਼ਟ ਕਹਿਣਾ ਹੈ ਕਿ ਐਜ ਏ ਕਿਸਾਨ ਹੋਣ ਦੇ ਨਾਤੇ ਕਿ ਮੁੱਖ ਮੰਤਰੀ ਦਾ ਫਰਜ਼ ਬਣਦਾ ਸੀ ਕਿ ਉਹ ਇੰਨਾ ਟਾਈਮ ਨਾ ਲਗਾਉਂਦੇ। ਉਹਨਾਂ ਨੇ ਕਿਹਾ ਸੀ ਹਫ਼ਤੇ ਕੁ ਦੇ ਵਿੱਚ ਕਾਨੂੰਨੀ ਰਾਹ ਲਵਾਂਗੇ, ਫਿਰ ਵੀ ਦਿਨ 15 ਹੋ ਗਏ, ਕਿਤੇ ਨਾ ਕਿਤੇ ਉਹ ਡਿਲੇ ਕਰ ਰਹੇ ਨੇ, ਢਿੱਲ ਵਰਤ ਰਹੇ ਨੇ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਚਲੋ ਅਸੀਂ ਤਾਂ ਬੀਇੰਗ ਅ ਲਾਇਰ ਚਲੋ ਅਸੀਂ ਆਪਣਾ ਇੱਕ ਫਰਜ਼ ਨਿਭਾਇਆ ਵੀ ਅਸੀਂ ਫਾਰਮਰਸ ਨੂੰ ਅਸੀਂ ਬਿਲੋਂਗ ਕਰਦੇ ਹਾਂ, ਕਿਉਂਕਿ ਇਹ ਲੱਗਿਆ ਵੀ ਇਹ ਮਸਲਾ ਸਾਡਾ ਸਾਰਿਆਂ ਦਾ, ਇਕੱਲਾ ਕਿਸੇ ਇੱਕ ਇੰਡੀਵਿਜੂਅਲ ਦਾ ਮਸਲਾ ਨਹੀਂ ਹੈਗਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਦੇਖੋ ਸਟੇਟ ਦੇ ਕੋਲ ਇੱਕ ਬੜਾ ਵੱਡਾ ਇੱਕ ਇਨਫਰਾਸਟ੍ਰਕਚਰ ਹੁੰਦਾ ਹੈ, ਉਹਨਾਂ ਦੇ ਕੋਲ ਇੱਕ ਸਰਕਾਰ ਦੀ ਇੱਕ ਬੜੀ ਵੱਡੀ ਟੀਮ ਹੈ ਜਿਹਨੂੰ ਹੈੱਡ ਐਡਵੋਕੇਟ ਜਨਰਲ ਸਾਹਿਬ ਕਰਦੇ ਨੇ ਪੰਜਾਬ 'ਚ, ਔਰ ਉਹਨਾਂ ਤੋਂ ਇਲਾਵਾ ਉਹਨਾਂ ਦੇ ਕੋਲ ਸਰਕਾਰ ਦੀ ਇੱਕ ਬਹੁਤ ਵੱਡੀ ਟੀਮ ਹੈ। ਈਵਨ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਦੇ ਕੋਲ ਬੜੇ ਲਾਇਰਸ ਨੇ। ਸੋ ਮੈਂ ਖੁਦ ਇਹ ਚੀਜ਼ ਅਸੀਂ ਫੀਲ ਕਰਦੇ ਸੀ, ਈਵਨ ਮੈਂ ਜਿੰਨੀਆਂ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਅਸੀਂ ਜਿੰਨੀਆਂ ਉੱਥੇ ਅਸੀਂ ਜਦੋਂ ਇਹ ਦਾਇਰ ਕੀਤੀ ਪ੍ਰੈਸ ਕਾਨਫਰੰਸਿਸ ਕੀਤੀਆਂ ਤਾਂ ਉੱਥੇ ਵੀ ਮੈਂ ਇਹ ਗੱਲ ਜ਼ਰੂਰ ਮੈਂ ਪੁੱਟ ਅਪ ਕੀਤੀ ਵੀ ਸਾਡੇ ਪੈਰਲਲ ਲਿਆ ਕੇ, ਕਿਉਂਕਿ ਦੇਖੋ ਅਸੀਂ ਫਾਰਮਰ ਐਸੋਸੀਏਸ਼ਨਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਜੇਕਰ ਸਟੇਟ, ਕਿਉਂਕਿ ਸੈਂਟਰ ਗੌਰਨਮੈਂਟ ਨੇ ਸਿੱਧਾ ਧੱਕਾ ਕੀਤਾ ਹੈ ਪੰਜਾਬ ਨਾਲ, ਤੇ ਪੰਜਾਬ 'ਚ ਰਹਿ ਕੌਣ ਰਹੇ ਨੇ, ਪੰਜਾਬ ਦੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਹੈੱਡ ਸੀਐਮ ਸਾਹਿਬ ਕਰ ਰਹੇ ਨੇ। ਅਸੀਂ ਉੱਥੇ ਵੀ ਮੈਂ ਡਿਮਾਂਡ ਕੀਤੀ ਸੀ ਵੀ ਜੇ ਹੋ ਸਕੇ ਤਾਂ ਬੜੀ ਚੰਗੀ ਗੱਲ ਹੋਏਗੀ ਵੀ ਜੇ ਸਟੇਟ ਗੌਰਨਮੈਂਟ ਵੀ ਇੱਕ ਪੈਰਲਲ ਲਿਆ ਕੇ ਰਿਟ ਪਟੀਸ਼ਨ ਆਰਟੀਕਲ 131 ਦੇ ਮੁਤਾਬਕ ਲਿਆ ਕੇ ਇੱਥੇ ਕਵੇ ਕਿ ਮੇਰੀ ਸਟੇਟ ਦੇ ਵਿੱਚ ਇਹ ਅਸਿੱਧੇ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਸੈਂਟਰ ਗੌਰਨਮੈਂਟ ਨੇ ਸਮਝ ਲਓ ਇੰਟਰਫੇਰੈਂਸ ਕੀਤੀ ਹੈ। ਸੋ ਇਹ ਉਲੰਘਣਾ ਹੈ ਇਸ ਦੇ ਮੁਤਾਬਕ। ਹਾਂ, ਜੇਕਰ ਸਾਡੇ ਵਾਲੀ ਰਿਟ ਪਟੀਸ਼ਨ ਵੀ ਜਿਵੇਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਸੀ, ਪੈਰਲਲ ਹੀ ਲਿਆ ਕੇ ਸਾਡੀ ਸਟੇਟ ਵੱਲੋਂ ਵੀ ਇੱਕ ਰਿਟ ਪਟੀਸ਼ਨ ਪਾਈ ਜਾਂਦੀ, ਜਾਂ ਹੋਰ ਐਸੋਸੀਏਸ਼ਨਸ ਵੀ ਅਸੀਂ ਰਿਟ ਪਟੀਸ਼ਨਸ ਇਕੱਠੀਆਂ ਹੋ ਕੇ ਸਾਰੇ ਪਾਉਂਦੇ, ਫਾਰਮਰ ਐਸੋਸੀਏਸ਼ਨਸ ਦੀ ਮੈਂ ਗੱਲ ਕਰਦਾ, ਤਾਂ ਅਸੀਂ ਇਸ ਚੀਜ਼ ਨੂੰ, ਮੈਂ ਬੀਇੰਗ ਏ ਲਾਇਰ, ਅਸੀਂ ਦੋਵੇਂ ਭਰਾ ਇੱਥੇ ਬੈਠੇ ਹਾਂ, ਅਸੀਂ ਨੈਗੇਟਿਵ ਨਹੀਂ ਲੈ ਸਕਦੇ। ਕਿਉਂਕਿ ਮੰਨ ਲਓ ਮੈਂ ਇੱਕ ਚੀਜ਼ ਨਾਲ ਖੋਖਰ ਸਾਹਿਬ ਮੈਂ ਇਤਫਾਕ ਰੱਖਦਾ ਕਿ ਦੇਖੋ ਸਾਡੀ ਜਿਹੜੀ ਹੁਣ ਇਸ ਸਮੇਂ ਜਿਹੜੀ ਪੋਜੀਸ਼ਨ ਸੀ ਉਹ ਸਾਡੀ ਕ੍ਰਿਟੀਕਲ ਤਾਂ ਸੀ, ਕਿਉਂਕਿ ਲੋਅਰ ਹਾਊਸ ਤੋਂ ਲੈ ਕੇ ਅੱਪਰ ਹਾਊਸ ਤੋਂ ਲੈ ਕੇ ਮਾਨਯੋਗ ਪ੍ਰੈਜ਼ੀਡੈਂਟ ਤੱਕ ਦੇਖੋ 17 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਵਿਦਿਨ ਦੀ ਪੀਰੀਅਡ ਆਫ 8 ਡੇਜ਼ 8 ਦਿਨਾਂ ਦੇ ਵਿੱਚ ਤੁਸੀਂ ਕਹ ਲਓ ਵੀ ਜਿਹੜਾ ਇਹ ਸੀ ਇਹ ਫਾਈਨਲਾਈਜ਼ ਕੀਤਾ ਗਿਆ ਸੀ। 27 ਸਤੰਬਰ ਨੂੰ ਤੁਸੀਂ ਕਹ ਲਓ ਵੀ ਜਿਹੜੇ ਬਿੱਲ ਸੀਗੇ ਇਹ ਆਫੀਸ਼ੀਅਲ ਗਜਟ ਦੇ ਵਿੱਚ ਵੀ ਆ ਗਏ ਸੀ। ਹੁਣ ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਆਪਣੇ ਸਾਈਨ ਕਰਤੇ ਆਫੀਸ਼ੀਅਲ ਗਜਟ 'ਚ ਆ ਗਿਆ ਤਾਂ ਉਸ ਤੋਂ ਬਾਅਦ ਅਸੀਂ ਉਸ ਕਾਨੂੰਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਸੀਂ ਚੈਲੰਜ ਕੀਤਾ ਸੀ। ਹਾਂ, ਮੈਂ ਇਹ ਚੀਜ਼ ਜ਼ਰੂਰ ਕਹਿਣਾ ਵੀ ਜਿਹੜੀ ਇੱਕ ਬੜੀ ਵੱਡੀ ਰਿਸਪੌਂਸਿਬਿਲਿਟੀ ਸੀ, ਕਿਉਂਕਿ ਮੈਟਰ ਜਿਹੜਾ ਸੀ ਉਹ ਬੜਾ ਕ੍ਰਿਟੀਕਲ ਸੀ। ਪਰ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਪੈਰਲਲ ਇੱਕ ਡਾਕਟਰਸ ਨੂੰ ਅਸੀਂ ਸਾਰੇ ਲੋਕ ਅਸੀਂ ਸਮਝਦੇ ਹਾਂ, ਜੇਕਰ ਡਾਕਟਰ ਦੇ ਕੋਲ ਕੋਈ ਪੇਸ਼ੈਂਟ ਕ੍ਰਿਟੀਕਲ ਪੋਜੀਸ਼ਨ 'ਚ ਹੁੰਦਾ ਤਾਂ ਡਾਕਟਰ ਦਾ ਧਰਮ ਕੀ ਕਹਿੰਦਾ, ਉਹਦਾ ਧਰਮ ਕਹਿੰਦਾ ਕਿ ਤੁਸੀਂ ਕ੍ਰਿਟੀਕਲ ਪੇਸ਼ੈਂਟ ਨੂੰ ਵੀ ਸਾਂਭੋ। ਇਹ ਨਹੀਂ ਵੀ ਉਹਨੂੰ ਗੇਟੋਂ ਬਾਹਰ ਆਪਾਂ ਕਹਿ ਦਈਏ ਵੀ ਜੇ ਇਹ ਤਾਂ ਹੁਣ ਕ੍ਰਿਟੀਕਲ ਇਹਨੂੰ ਤਾਂ ਵਾਪਸ ਜੀ ਇਕੱਠੇ ਕਰਕੇ ਹਨਾ ਜੀ, ਵੀ ਜਾਂ ਇਹਨੂੰ ਵਾਪਸ ਅਸੀਂ ਭੇਜ ਦਈਏ ਵੀ ਇਹ ਤਾਂ ਕ੍ਰਿਟੀਕਲ ਜਿੱਥੇ ਦੇ ਸਾਹ ਛੱਡੇਗਾ ਛੱਡ ਦੇਗਾ। ਸੋ ਸਾਡਾ ਫਰਜ਼ ਅਸੀਂ ਆਪਣਾ ਧਰਮ ਅਸੀਂ ਜ਼ਰੂਰ ਨਿਭਾਇਆ ਹੈ। ਮੈਂ ਇੱਥੇ ਇੱਕ ਚੀਜ਼ ਅਸੀਂ ਹੋਰ ਵੀ ਮੈਂ ਕਹਿਣੀ ਚਾਹੁੰਦਾ ਖੋਖਰ ਸਾਹਿਬ, ਦੇਖੋ ਪਹਿਲਾਂ ਵਕੀਲ ਸਾਹਿਬ ਦੱਸ ਕੇ ਬੈਠੇ ਨੇ ਵੀ 3 ਜਿਹੜੇ ਆਰਡੀਨੈਂਸ ਨੇ ਉਹ ਪਾਸ ਕੀਤੇ ਜਾਂਦੇ ਨੇ। ਪਹਿਲਾ ਜਿਹੜਾ ਹੈ ਦੀ ਫਾਰਮਰਸ ਇੰਪਾਵਰਮੈਂਟ ਬਿੱਲ, ਦੂਜਾ ਦੀ ਫਾਰਮਰਸ ਪ੍ਰੋਡਿਊਸ ਟ੍ਰੇਡ ਬਿੱਲ, ਤੀਜਾ ਦੀ ਅਸੈਂਸ਼ੀਅਲ ਕਮੋਡਿਟੀ ਦੈਟ ਇਜ਼ ਆਲਸੋ ਵਿਦ ਰਿਗਾਰਡ ਟੂ ਦੀ ਫਾਰਮਰਸ ਬਿੱਲ। ਮੈਂ ਚੀਜ਼ ਕਰਨਾ ਕਿ ਜਿਹਦੀ ਸਟਾਰਟਿੰਗ ਜਿਹੜੀ ਹੈ ਉਹ ਫਾਰਮਰਸ ਦੇ ਨਾਮ ਤੋਂ ਹੋ ਰਹੀ ਹੈ, ਤਾਂ ਐਟ ਲੀਸਟ ਜਿਹੜੇ ਤੁਸੀਂ ਵੈਦਰ ਇਟ ਇਜ਼ ਜਸਟੀਫਾਈਡ ਕਿ ਤੁਸੀਂ ਬਿੱਲ ਪਹਿਲਾਂ ਡਰਾਫਟ ਕੀਤਾ ਹੈ
ਖੋਖਰ ਸਾਹਿਬ ਕੀ ਪਹਿਲਾਂ ਬਿੱਲ ਡਰਾਫਟ ਕੀਤਾ, ਫਿਰ ਉਸ ਬਿੱਲ ਨੂੰ ਖੋਖਰ ਸਾਹਿਬ ਉਸ ਬਿੱਲ ਨੂੰ ਡਰਾਫਟ ਕੀਤਾ ਜਾਂਦਾ, ਫਿਰ ਉਸ ਬਿੱਲ ਨੂੰ ਪਾਸ ਕੀਤਾ ਜਾਂਦਾ ਵਿਦਆਊਟ ਕੰਸਲਟਿੰਗ ਦੀ ਅਲਟੀਮੇਟ ਸਫਰਰਸ ਮੈਂ ਵਰਡ ਯੂਜ਼ ਕੀਤਾ ਹੈ। ਅਲਟੀਮੇਟਲੀ ਇਹ ਜਿਹੜੇ ਬਿੱਲ ਪਾਸ ਕੀਤੇ ਨੇ ਖੋਖਰ ਸਾਹਿਬ, ਮੈਂ ਪੇਸ਼ੇ ਵਜੋਂ ਵਕੀਲ ਹਾਂ, ਹੈ ਨਾ ਜੀ, ਹੋਰ ਵੀ ਪੇਸ਼ੇ ਦੇ ਵਿੱਚ ਲੋਕ ਨੇ, ਪਰ ਅਲਟੀਮੇਟਲੀ ਜਿਹੜਾ ਸਫਰ ਕਰਨਾ ਹੈ ਉਹ ਸਾਡੇ ਫਾਰਮਰਸ ਨੇ ਕਰਨਾ ਹੈ। ਔਰ ਮੈਂ ਇੱਕ ਚੀਜ਼ ਹੋਰ ਖੋਖਰ ਸਾਹਿਬ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਕਿ ਮੈਨੂੰ ਅਸੀਂ ਇਹ ਚੀਜ਼ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਅਸੀਂ ਪ੍ਰੀਲਿਮਿਨਰੀ ਇੱਕ ਆਬਜੈਕਸ਼ਨ ਲਿਆ, ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਹੈ ਕਿ ਹੁਣੇ ਜੇਕਰ ਤੁਸੀਂ ਲੇਟੈਸਟ ਗੱਲ ਕਰੋ, ਕਿਉਂਕਿ ਸਾਡਾ ਜਿਹੜਾ ਸੂਬਾ ਪੰਜਾਬ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ, ਐਗਰੀਕਲਚਰ ਬੇਸਡ ਸੂਬਾ ਹੈ। ਸਾਡੀ ਸਟੇਟ ਦੇ ਵਿੱਚ ਕੋਈ ਇੱਥੇ ਟੂਰਿਜ਼ਮ ਨਹੀਂ, ਸਾਡੀ ਸਟੇਟ ਦੇ ਵਿੱਚ ਕੋਈ ਇੰਡਸਟਰੀ ਨਹੀਂ। ਸੋ ਸਾਡੀ ਸਟੇਟ ਦੀ ਜੇਕਰ ਅਸੀਂ ਆਪਣੇ ਸਟੇਟ ਆਫ ਪੰਜਾਬ ਦੀ ਗੱਲ ਕਰੀਏ, ਇਵਨ ਅਸੀਂ ਫੋਟੋਗ੍ਰਾਫਸ, ਅਸੀਂ ਨੰਬਰ ਆਫ ਤੁਹਾਡੇ ਪੱਤਰਕਾਰ ਵੱਲੋਂ ਜਿਹੜੀਆਂ ਤੁਸੀਂ ਖਬਰਾਂ ਲਾਈਆਂ ਨੇ, ਮੈਨੂੰ ਲੱਗਦਾ ਹਜ਼ਾਰਾਂ ਦੀ ਤਾਦਾਦ 'ਚ, ਖਾਸ ਤੌਰ ਤੇ ਬਠਿੰਡਾ, ਮਾਨਸਾ, ਸਾਡੀ ਜਿਹੜੀ ਪਰਲੀ ਬੈਲਟ ਹੈ, ਬਰਨਾਲਾ ਸਾਈਡ, ਹਰ ਰੋਜ਼ 10-10, 15-15 ਬੰਦੇ ਸਾਡੇ ਜਿਹੜੇ ਫਾਰਮਰਸ ਨੇ ਉਹ ਸੁਸਾਈਡ ਕਮਿਟ ਕਰਦੇ ਨੇ। ਸੋ ਅਸੀਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਅਸੀਂ ਆਬਜੈਕਸ਼ਨਸ ਦੇ ਤੌਰ ਤੇ ਅਸੀਂ ਪੁੱਟ ਅਪ ਕੀਤੀਆਂ। ਔਰ ਇੱਕ ਚੀਜ਼ ਹੋਰ ਖੋਖਰ ਸਾਹਿਬ, ਸਾਡਾ ਇੱਕ ਜਿਹੜਾ ਸਾਡੀ ਮੰਡੀ ਸਿਸਟਮ ਸੀ, ਦੇਖੋ ਸਾਡਾ ਇੱਕ ਟ੍ਰੈਡੀਸ਼ਨ ਕੀ ਹੈ ਵੀ ਇੱਕ ਆੜਤੀਆ ਬੈਠਾ ਜੀ, ਇੱਕ ਅਸੀਂ ਫਾਰਮਰਸ ਹਾਂ। ਸਾਨੂੰ ਇੱਕ ਚੀਜ਼ ਮੈਂ ਇੱਥੇ ਕਹਿਣੀ ਚਾਹੁੰਦਾ, ਮੈਨੂੰ ਵੀ ਬੀਇੰਗ ਏ ਫਾਰਮਰ, ਜੇਕਰ ਸਾਨੂੰ ਕਿਤੇ 5, 10, 15, 50 ਹਜ਼ਾਰ ਦੀ ਕਿਤੇ ਪੈਸਿਆਂ ਦੀ ਲੋੜ ਪੈ ਗਈ ਤਾਂ ਕਈ ਵਾਰੀ ਸਾਨੂੰ ਬੈਂਕ ਵਾਲੇ ਵੀ ਸਾਨੂੰ ਫਾਰਮਰਸ ਨੂੰ ਲੋਨ ਨਹੀਂ ਦਿੰਦੇ, ਤਾਂ ਸਾਡੀ ਜਿਹੜੀਆਂ ਲੋੜਾਂ ਦੀ ਪੂਰਤੀਆਂ ਸੀਗੀਆਂ ਉਹ ਸਾਡੇ ਆੜ੍ਹਤੀਏ ਪੂਰੀ ਕਰਦੇ ਸੀ। ਇਹਦੇ ਤੋਂ ਇਲਾਵਾ ਬੇਰੁਜ਼ਗਾਰੀ ਦਾ ਬੜਾ ਵੱਡਾ ਮਸਲਾ ਹੈ। ਕੀ ਤੁਸੀਂ ਮੈਨੂੰ ਦੱਸੋ, ਇੱਕ ਮੰਡੀ ਦੇ ਵਿੱਚ ਕਿੰਨੇ ਸਾਡੇ ਪੰਜਾਬ ਬੇਸਡ ਨੌਜਵਾਨ ਬੰਦੇ ਨੇ, ਕਿੰਨੇ ਬੰਦੇ ਨੇ ਜਿਹੜੇ ਉੱਥੇ ਰੂਟੀਨ ਦੇ ਵਿੱਚ ਉੱਥੇ ਕੋਈ ਪੱਲੇਦਾਰੀ ਕਰਦਾ, ਉੱਥੇ ਕੋਈ ਹੋਰ ਉੱਥੇ ਮਾਰਕੀਟ ਕਮੇਟੀ ਦੇ ਵਿੱਚ ਜਿਹੜੀਆਂ ਸਾਡੀਆਂ ਬਣੀਆਂ ਨੇ ਮੰਡੀਆਂ, ਉਹਦੇ ਵਿੱਚ ਸਾਰੇ ਜੌਬਸ ਕਰਦੇ ਨੇ। ਕੀ ਹੁਣ ਉਹ ਬੰਦੇ ਅੱਜ ਕਿੱਥੇ ਉਹ ਸਵਾਲ ਖੜੇ ਹੋਣਗੇ, ਉਹ ਬੰਦੇ ਅੱਜ ਦੀ ਡੇਟ ਕਿੱਥੇ ਸਭ ਤੋਂ ਵੱਡਾ ਤਾਂ ਇਹੀ ਹੈ ਕਿ ਜੋ ਕੇਂਦਰ ਸਰਕਾਰ ਹੈ ਉਹ ਖਰੀਦ ਕਰਦੀ ਆ ਪੰਜਾਬ ਦਾ ਝੋਨਾ, ਪੰਜਾਬ ਦੀ ਕਣਕ ਕੇਂਦਰੀ ਪੂਲ ਵਾਸਤੇ ਤਕਰੀਬਨ 50,000 ਕਰੋੜ ਸਾਲ ਦੇ ਵਿੱਚ ਆਉਂਦਾ। ਉਹ ਤੇ ਕਿਤੇ ਨਾ ਕਿਤੇ ਰੋਕ ਵੀ ਲੱਗ ਸਕਦੀ ਆ, ਕਿਉਂਕਿ ਸਰਕਾਰ ਨੇ ਹੱਥ ਖਿੱਚ ਲੈਣਾ ਉਹ ਪੈਸਾ ਦੇਣ ਤੋਂ। ਦੇਖੋ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਸਰਕਾਰ ਜਿਹੜੀ ਫਾਈਨੈਂਸ਼ੀਅਲੀ ਦਾ ਦੇਖੋ ਜਿਹੜੀ ਖਰੀਦ ਸੀਗੀ ਉਹ ਭਾਵੇਂ ਤਾਂ ਸੈਂਟਰ ਗੌਰਮੈਂਟ ਕਰਦੀ ਸੀਗੀ, ਪਰ ਹੁਣ ਇੱਥੇ ਇੱਕ ਬੜਾ ਵੱਡਾ ਸਵਾਲ ਹੈ ਵੀ ਜਿੱਥੇ ਮੰਨ ਲਓ ਹੁਣੇ ਸਾਡੇ ਇਸ ਵਾਰੀ ਦੇ ਹਾਲਾਤ ਕੀ ਨੇ, ਮੈਂ ਤੁਹਾਨੂੰ ਆਪਣੀ ਇੱਕ ਪ੍ਰੈਜ਼ੈਂਟ ਹਾਲਾਤ ਦੱਸਣਾ। ਸਾਡੇ ਮੰਡੀਆਂ ਦੇ ਹਾਲਾਤ ਇਹ ਨੇ ਕਿ ਜਿੱਥੇ ਆੜ੍ਹਤੀਆਂ ਦੇ ਕੋਲ ਅਸੀਂ ਫਾਰਮਰਸ ਨੇ, ਕਿਸੇ ਨੇ ਲੱਖ ਲਿਆ ਸੀ, ਕਿਸੇ ਨੇ 50 ਲਿਆ ਸੀ, ਕਿਸੇ ਨੇ 2 ਲੱਖ ਲਿਆ ਸੀ, ਇਸ ਵਾਰੀ ਆੜ੍ਹਤੀਆਂ ਵੱਲੋਂ ਇੱਕ ਕਲੀਅਰ ਇੰਸਟਰਕਸ਼ਨਸ ਹੋਣਗੀਆਂ ਜੀ ਅਸੀਂ ਆਪਣਾ ਹਿਸਾਬ ਇਸ ਵਾਰੀ ਨਿਲ ਕਰਨਾ ਹੈ। ਕਾਰਨ ਕੀ ਹੈ? ਕਾਰਨ ਇਹ ਵੀ ਕਿਉਂਕਿ ਹੁਣ ਜਿਹੜੀ ਇੱਕ ਬਿਗ ਕੰਪਨੀਜ਼, ਦੇਖੋ ਮੈਂ ਕਲੀਅਰ ਸ਼ਬਦਾਂ ਦੇ ਵਿੱਚ ਇੱਕ ਗੱਲ ਕਹਾਂਗਾ ਕਿ ਜਿਹੜਾ ਇਹ ਬਿੱਲ ਪਾਸ ਕੀਤਾ ਹੈ ਇਹ ਪ੍ਰੋ ਕਾਰਪੋਰੇਟ ਸੈਕਟਰ ਬਿੱਲ ਪਾਸ ਕੀਤਾ ਗਿਆ ਤੇ ਐਂਟੀ ਫਾਰਮਰਸ ਕੀਤਾ ਗਿਆ। ਕਿਉਂਕਿ ਹੁਣ ਜਿਹੜੀ ਸਾਡੀ ਹੋਲ ਮੈਨੇਜਮੈਂਟ ਹੈ, ਜਿਹੜੀ ਟੋਟਲ ਮੈਨੇਜਮੈਂਟ ਹੈ, ਪ੍ਰਾਈਸਿਸ ਕੀ ਅਪ ਕਰਨੀਆਂ ਨੇ, ਪ੍ਰਾਈਸਿਸ ਡਾਊਨ ਕਰਨੀਆਂ ਨੇ, ਸਾਡੀ ਜਿਹੜੀ ਹੋਲ ਮੈਨੇਜਮੈਂਟ, ਸਾਡੀ ਫਾਰਮਰਸ ਦੀ ਜਿਹੜੀ ਜਾਨ ਹੈ ਉਹ ਹੁਣ ਉਸ ਕੰਪਨੀਜ਼ ਦੇ ਹੱਥ ਆ ਜਾਣਗੀਆਂ। ਇੱਕ ਚੀਜ਼ ਹੋਰ ਖੋਖਰ ਸਾਹਿਬ, ਟੈਕਨੀਕਲੀ ਜਿਹੜੀ ਅਸੀਂ ਮੈਂ ਤੇ ਬ੍ਰਦਰ ਨੇ ਅਸੀਂ ਉੱਥੇ ਚੀਜ਼ ਪੁੱਟ ਅਪ ਕੀਤੀ, ਇੱਕ ਇਹਨਾਂ ਨੇ ਵਿੱਚ ਬਿੱਲ ਪਾਸ ਕੀਤਾ ਦੀ ਫਾਰਮਰਸ ਪ੍ਰੋਡਿਊਸ ਟ੍ਰੇਡ ਬਿੱਲ। ਉਹਦੇ 'ਚ ਕੀ ਹੈ, ਜਿਹੜੀ 8 ਏਕੇ ਦੇ ਮੁਤਾਬਕ ਕੀ ਹੈ ਵੀ ਜੇਕਰ ਸਾਡਾ ਤਾਂ ਕੱਲ੍ਹ ਨੂੰ ਕਿਸੇ ਕੰਪਨੀ ਕਾਰਪੋਰੇਟ ਸੈਕਟਰ ਦੇ ਵਾਲੇ ਕਿਸੇ ਬੰਦੇ ਨਾਲ ਡਿਸਪਿਊਟ ਸਾਡਾ ਆਪਸ ਦੇ ਵਿੱਚ ਪੈ ਜਾਂਦਾ ਤਾਂ ਜਿਹੜਾ ਐਸਡੀਐਮ ਹੈ, ਅਸੀਂ ਐਸਡੀਐਮ ਨੂੰ ਕੰਪਲੇਂਟ ਦੇਵਾਂਗੇ। ਐਸਡੀਐਮ ਉਹਦੇ 'ਤੇ ਇੱਕ ਕੌਂਸਲੇਸ਼ਨ ਬੋਰਡ ਬਣਾਏਗਾ 4 ਮੈਂਬਰਾਂ ਦਾ, ਔਰ ਉਹਦੇ 'ਚ ਜਿਹੜਾ ਸਾਡੇ ਲਈ ਨੈਗੇਟਿਵ ਚੀਜ਼ ਹੈ, ਨੈਗੇਟਿਵ ਕੀ ਆਇਆ ਉਹਦੀ ਜੇਕਰ ਆਪਾਂ ਕਲੋਜ਼ 15 ਪੜ੍ਹਦੇ ਹਾਂ ਤਾਂ ਉਹਦੇ 'ਚ ਜਿਹੜੀ ਸਿਵਲ ਕੋਰਟਾਂ ਨੂੰ ਅਸੀਂ ਜਾ ਕੇ ਅਪਰੋਚ ਕਰਦੇ ਸਾਂ। ਅਸੀਂ ਜਾ ਕੇ ਜੇਕਰ ਸਾਡਾ ਕਿਸੇ ਨਾਲ ਡਿਸਪਿਊਟ ਪੈਂਦਾ ਸੀ, ਜੇਕਰ ਤੁਸੀਂ ਧਿਆਨ ਨਾਲ ਆਪਾਂ ਨੂੰ ਪੜ੍ਹੀਏ ਤਾਂ ਉਹ 15 ਦੇ ਵਿੱਚ ਉਹ ਕਹਿੰਦੇ ਤੁਸੀਂ ਹੁਣ ਸਿਵਲ ਕੋਰਟਸ ਦੇ ਵਿੱਚ ਜਾ ਹੀ ਨਹੀਂ ਸਕਦੇ। ਸੋ ਸਾਡੇ ਵਾਸਤੇ ਬੀਇੰਗ ਏ ਫਾਰਮਰਸ ਤੁਸੀਂ ਕਹਿ ਲਓ, ਇਹ ਸਾਡੇ ਵਾਸਤੇ ਇੱਕ ਬੜਾ ਵੱਡਾ ਸੈਟਬੈਕ ਸੀ। ਸੋ ਮੈਂ ਗੱਲ ਕਰਦਾ ਵੀ ਅਸੀਂ ਜਿਹੜੇ ਉਹ ਬਿੱਲ ਨੇ, ਅਸੀਂ ਉਹਨਾਂ ਬਿੱਲਸ ਨੂੰ ਅਸੀਂ ਚੰਗੇ ਤਰੀਕੇ ਨਾਲ ਅਸੀਂ ਉਹਨੂੰ ਪੜ੍ਹਨ ਤੋਂ ਬਾਅਦ ਫਾਈਨਲੀ ਫਿਰ ਅਸੀਂ ਜਾ ਕੇ ਤੁਸੀਂ ਕਹੋ ਵੀ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਅਸੀਂ ਗਏ ਤੇ ਇਹਦੇ 'ਚ ਸਪੈਸੀਫਿਕਲੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਹੁਣ 31 ਤੁਸੀਂ ਕਹ ਲਓ ਵੀ ਕਿਸਾਨ ਯੂਨੀਅਨਸ ਨੇ, ਉਹਦੇ 'ਚ ਮੈਨੂੰ ਮੰਨ ਲਓ ਇੱਕ ਮਿੰਟ ਲਈ ਅਸੀਂ ਦੋਵੇਂ ਭਰਾਵਾਂ ਬੀਇੰਗ ਏ ਵਕੀਲ ਹਾਂ, ਅਸੀਂ ਮੈਂ ਗੱਲ ਕਹਿੰਦਾ ਵੀ 31 ਕਿਸਾਨ ਜਥੇਬੰਦੀਆਂ, ਬੇਸ਼ੱਕ ਦੀ ਸਾਨੂੰ ਇੱਕ ਜਥੇਬੰਦੀ ਕਰਦੀ, ਬੇਸ਼ੱਕ ਦੀ ਸਾਨੂੰ ਕੋਈ ਇੱਕ ਇੰਡੀਵਿਜੂਅਲ ਵੀ ਸਾਨੂੰ ਅਗੇਂਸਟ ਕਰ ਸਕਦਾ ਸੀ, ਤਾਂ ਅਸੀਂ ਉਹ ਜਿਹੜਾ ਮਾਮਲਾ ਸੀ ਉਹ ਅਸੀਂ ਮਾਣਯੋਗ ਸੁਪਰੀਮ ਕੋਰਟ ਠੀਕ ਹੈ। ਪਰ ਇੱਕ ਮੇਰਾ ਹੋਰ ਤੁਹਾਨੂੰ ਸਵਾਲ ਸੀ ਪਹਿਲਾਂ ਉਹ ਵਿੱਚ ਰਹਿ ਗਿਆ ਕਿ ਪਹਿਲਾਂ ਕੋਈ ਸੁਪਰੀਮ ਕੋਰਟ ਨੇ ਐਵੇਂ ਦਾ ਫੈਸਲਾ ਕੀਤਾ ਕਿਸੇ ਬਿੱਲ ਦੇ ਵਿਰੋਧ ਵਜੋਂ, ਕੋਈ ਪਾਰਲੀਮੈਂਟ ਦੇ ਵਿੱਚ ਕੋਈ ਬਿੱਲ ਲਿਆਂਦਾ ਉਹ 'ਤੇ ਰੋਕ ਲੱਗੀ ਹੋਵੇ? ਇਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਕਹ ਲਓ ਵੀ ਜਿਹੜੀਆਂ ਸਾਊਥ ਆਪਣੀਆਂ ਸਟੇਟਸ ਨੇ, ਜਿਵੇਂ ਇਹਨਾਂ ਨੇ ਪਿੱਛੇ ਜੇ ਤੁਸੀਂ ਕਹ ਲਓ ਵੀ ਕੁਛ ਕੁ ਕਾਨੂੰਨ ਇਸ ਰਿਲੇਟਡ ਕੇਰਲਾ ਦੇ ਵਿੱਚ ਇਹਨਾਂ ਨੇ ਕੀਤੇ ਜੀ, ਤਾਂ ਉਹਦੇ 'ਚ ਮੈਂ ਜਿਹੜੀ ਗੱਲ ਖੋਖਰ ਸਾਹਿਬ ਪਹਿਲਾਂ ਤੁਹਾਡੇ ਨਾਲ ਪੁੱਟ ਅਪ ਕੀਤੀ, ਉਹਦੇ 'ਚ ਇੱਕ ਜਿਹੜਾ ਬੈਸਟ ਪਾਰਟ ਅਸੀਂ ਦੇਖਿਆ, ਉਹਦਾ ਬੈਸਟ ਪਾਰਟ ਕੀ ਸੀ ਵੀ ਉਹਦੇ 'ਚ ਜਿਹੜੀ ਸੁਪਰੀਮ ਕੋਰਟ ਵੱਲ ਜਿਹੜਾ ਰੁੱਖ ਕੀਤਾ
ਜਿਹੜਾ ਮੇਰਾ ਇੱਕ ਸਭ ਤੋਂ ਵੱਡਾ ਇੱਕ ਚਿੰਤਾ ਦਾ ਵਿਸ਼ਾ ਕਹਿ ਲਓ ਜਾਂ ਕਿ ਸਾਡਾ ਬੜਾ ਵੱਡਾ ਮੇਰਾ ਜੋ ਸਵਾਲ ਇੱਕ ਸਰਕਾਰ ਲਈ ਵੀ ਹੈ ਵੀ ਕੀ ਇੱਕ ਨੈਤਿਕ ਜਿਹੜੀ ਜ਼ਿੰਮੇਵਾਰੀ ਸੀ ਇਹ ਸਰਕਾਰ ਨੂੰ ਖੁਦ ਸਮਝਣੀ ਚਾਹੀਦੀ ਸੀ। ਦੇਖੋ ਅੱਜ ਤੋਂ 20 ਦਿਨ ਪਿੱਛੇ ਚਲੇ ਜੋ ਹਾਲਾਤ ਕੀ ਸਨ, ਮੈਡੀਕਲ ਐਮਰਜੈਂਸੀ, ਨੈਸ਼ਨਲ ਮੈਡੀਕਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ। ਕੀ ਇਹ ਜਿਹੜੇ ਮਸਲੇ ਸੀਗੇ ਇਹ ਨੈਤਿਕ ਜ਼ਿੰਮੇਵਾਰੀ ਸਰਕਾਰ ਨੂੰ ਚਾਹੀਦੀ ਸੀ। ਮੈਂ ਗੱਲ ਉੱਥੇ ਹੀ ਵਾਪਸ ਲੈ ਕੇ ਆਵਾਂਗਾ ਵੀ ਆਰਟੀਕਲ 131 ਦੇ ਵਿੱਚ ਕੇਰਲਾ ਤੇ ਜਿਹੜੀਆਂ ਸਾਊਥ ਇੰਡੀਅਨ ਸਟੇਟਸ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਸੁਪਰੀਮ ਕੋਰਟ ਦੇ ਮਾਣਯੋਗ ਸੁਪਰੀਮ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ। ਮੈਂ ਇਸ ਗੱਲ ਪਿੱਛੇ ਨਹੀਂ ਜਾਣਾ ਵੀ ਆਈਦਰ ਉੱਥੋਂ ਰਿਲੀਫ ਮਿਲਿਆ ਜਾਂ ਨਹੀਂ ਮਿਲਿਆ, ਉਹ ਇੱਕ ਵੱਖਰੀ ਗੱਲ ਹੈ। ਕਿਉਂਕਿ ਦੇਖੋ ਕੋਈ ਕਾਨੂੰਨ ਪਾਸ ਹੁੰਦਾ ਹੈ ਜੀ, ਪਹਿਲਾਂ ਲੋਅਰ ਹਾਊਸ ਫਿਰ ਅੱਪਰ ਹਾਊਸ ਫਿਰ ਮਾਣਯੋਗ ਪ੍ਰੈਜ਼ੀਡੈਂਟ, ਉਸ ਤੋਂ ਬਾਅਦ ਓਫੀਸ਼ੀਅਲ ਗਜਟ। ਤਾਂ ਮੈਂ ਇੱਕ ਇਹ ਗੱਲ ਕਰਦਾ ਕਿ ਠੀਕ ਹੈ ਜਿਹੜੇ ਇਹ ਚੱਲ ਰਹੇ ਨੇ, ਜਿਹੜੇ ਐਜੀਟੇਸ਼ਨਸ ਚੱਲ ਰਹੇ ਨੇ, ਮੰਨ ਲਓ ਇਹ ਐਜੀਟੇਸ਼ਨਸ ਕੰਕਰੈਂਟਲੀ, ਮੈਂ ਇੱਕ ਸ਼ਬਦ ਯੂਜ਼ ਕਰਾਂਗਾ ਕੰਕਰੈਂਟਲੀ, ਨਾਲੋਂ ਨਾਲ ਐਜੀਟੇਸ਼ਨਸ ਵੀ ਜ਼ਰੂਰ ਚੱਲਣ, ਪਰ ਨਾਲੋਂ ਨਾਲ ਜਿਹੜੀ ਆਪਾਂ ਕਹਿੰਦੇ ਆ ਵੀ ਇੱਕ ਕਲਮ ਦੀ ਜਾਂ ਇੱਕ ਤੁਸੀਂ ਕਹੋ ਵੀ ਜਿਹੜਾ ਐਸ ਪਰ ਦੀ ਲੀਗਲ ਰੈਮਡੀ, ਜਿਹਨੂੰ ਆਪਾਂ ਰੈਮਡੀ ਕਹਿੰਦੇ ਆ, ਲੀਗਲ ਰੈਮਡੀ ਜਿਹੜੀ ਹੈ ਜੀ ਉਹ ਇਹੀ ਰੈਮਡੀ ਬਣਦੀ। ਕੀ ਸਰ ਜਿਹੜਾ ਤੁਹਾਡਾ ਦੀਪ ਸਿੱਧੂ ਹੋਰਾਂ ਨੇ ਤੁਹਾਡੇ ਤੇ ਤਵਾ ਲਾਤਾ ਵੀ ਇੱਕ ਗਦਾਰੀ ਵਾਲੇ ਪਾਸੇ ਚੱਲ ਗਏ, ਸੋਸ਼ਲ ਮੀਡੀਆ ਤੇ ਤੁਹਾਡੀ ਭੰਡੀ ਲਾਗੇ ਕਰਨ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਦੇਖੋ ਮੈਂ ਸਾਡਾ ਉਹ ਛੋਟਾ ਭਰਾ ਹੈ, ਮੈਨੂੰ ਪਤਾ ਲੱਗਾ ਪੇਸ਼ੇ ਵਜੋਂ ਉਹ ਵੀ ਐਡਵੋਕੇਟ ਹੈ। ਉਹਦਾ ਇੱਕ ਬ੍ਰਦਰ ਮੇਰੇ ਖਿਆਲ 'ਚ ਉਹ ਲੁਧਿਆਣੇ ਸਾਡੇ ਵਕੀਲ ਸਾਹਿਬ ਬੈਠੇ ਨੇ। ਮੈਂ ਚਲੋ ਠੀਕ ਹੋ, ਬੜਾ ਅੱਛਾ ਕੰਮ ਕਰ ਰਹੇ ਨੇ ਜੀ, ਸਲੂਟ ਹੈ ਉਹਨਾਂ ਦੇ ਕੰਮ ਨੂੰ, ਚੰਗਾ ਕਰਨ। ਸਾਰੇ ਪੰਜਾਬੀ ਆਪ ਇੱਕੋ ਪਾਸੇ ਲੱਗੇ ਆ। ਸਰ ਜਿਹੜੀ ਅਸੀਂ ਰਿਟ ਪਟੀਸ਼ਨ ਦਾਖਲ ਕੀਤੀ ਸੀ ਨਾ, ਇਸ ਰਿਟ ਪਟੀਸ਼ਨ ਦੇ ਵਿੱਚ ਸਾਡੇ, ਮੈਂ ਤੁਹਾਨੂੰ ਸਿਰਫ 4 ਰੀਜ਼ਨਸ ਦੇਣੇ ਨੇ। ਮੇਨ ਸਾਡੇ ਰੀਜ਼ਨ ਕੀ ਸੀਗੇ? ਸਭ ਤੋਂ ਪਹਿਲਾ ਰੀਜ਼ਨ ਸੀ ਕਿ ਕੋਈ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦਿਆਂ ਕੋਈ ਜਦੋਂ ਕਾਨੂੰਨ ਆਰਡੀਨੈਂਸ ਬਣਾਏ ਜਾਂਦੇ ਨੇ ਤਾਂ ਉਹਨਾਂ ਦੇ ਬਣਾਏ ਜਾਂਦੇ ਨੇ ਉਸ ਦੇ ਫਾਰਮਰਸ ਦੀ ਡਿਮਾਂਡ ਦੇ ਅਨੁਸਾਰ ਜਾਂ ਕਿਤੋਂ ਦੀ ਪਬਲਿਕ ਦੇ ਪੀਪਲ ਦੇ ਡਿਮਾਂਡ ਦੇ ਅਨੁਸਾਰ। ਕਿਸੇ ਨੇ ਤੁਹਾਨੂੰ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਸੀ? ਅਸੀਂ ਇਹ ਗੱਲ ਕੀਤੀ ਹੈ ਕਿ ਆਰਡੀਨੈਂਸ ਡਰਾਫਟ ਕਰਨ ਤੋਂ ਪਹਿਲਾਂ ਇਹ ਕਿੱਥੇ ਆਰਡੀਨੈਂਸ ਡਰਾਫਟ ਹੋਏ ਨੇ? ਇਹ ਹੋਏ ਨੇ ਕਾਰਪੋਰੇਟ ਸੈਕਟਰ ਦੇ ਵਕੀਲਾਂ ਨੇ ਕੀਤੇ ਨੇ। ਉਹਦੇ 'ਚ ਸਰ ਇੱਕ ਬਿੰਦੀ ਤੇ ਕੋਮਾ ਵੀ ਚੇਂਜ ਨਹੀਂ ਹੁੰਦਾ। ਕਿਸੇ ਫਾਰਮਰ ਐਸੋਸੀਏਸ਼ਨ ਨੂੰ ਇਹਨਾਂ ਨੇ ਬੁਲਾ ਕੇ ਪੁੱਛਿਆ ਨਹੀਂ ਵੀ ਇਹ ਡਰਾਫਟ ਕਰਨ ਲੱਗੇ ਆ, ਤੁਸੀਂ ਇਹਦੇ ਵਿੱਚ ਤੁਸੀਂ ਆਪਣੀ ਓਪੀਨੀਅਨਸ ਦੇ ਦਿਓ। ਕੋਈ ਤੁਸੀਂ ਆਪਣੇ ਵਕੀਲ ਲੈ ਕੇ ਲੈ ਆਓ, 10 ਵਕੀਲ ਆਪਣੀ ਓਪੀਨੀਅਨ ਦੇ ਦੇਣ, ਬਿਲਕੁਲ। 17 ਤਰੀਕ ਨੂੰ ਲੋਕ ਸਭਾ ਦੇ ਵਿੱਚ ਮੈਜੋਰਟੀ ਇਹਨਾਂ ਦੇ ਕੋਲ ਸੀ, ਪਾਸ ਹੋ ਗਿਆ। 20 ਤਰੀਕ ਨੂੰ ਸਰ ਰਾਜ ਸਭਾ ਦੇ ਵਿੱਚ ਵੌਇਸ ਵੋਟਿੰਗ ਕੀਤੀ ਗਈ। ਕਲੀਅਰ ਕੱਟ ਆਰਬਿਟਰੇਰੀ ਤੇ ਇਲੀਗਲ ਮੈਨਰ ਅਡਾਪਟ ਕੀਤਾ ਗਿਆ, ਜਿਹਨੂੰ ਆਪਾਂ ਗੈਰ ਕਾਨੂੰਨੀ ਕਹਾਂਗੇ। ਕੌਨਸਟੀਟਿਊਸ਼ਨ ਆਫ ਇੰਡੀਆ, ਸਰਕਾਰ, ਆਪਾਂ ਇੱਕ ਪਾਸੇ ਕਹਿੰਦੇ ਆ ਕਿ ਭਾਰਤ ਲੋਕਤੰਤਰ ਸਭ ਤੋਂ ਵੱਡਾ ਲੋਕਤੰਤਰ ਹੈ ਸਾਰੇ ਵਰਲਡ ਦੇ ਵਿੱਚ। ਦੂਜੇ ਪਾਸੇ ਕਿ ਲੋਕਤੰਤਰ ਦੇਸ਼ ਦੇ ਵਿੱਚ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਕੋਈ ਡਿਕਟੇਟਰਸ਼ਿਪ ਵਰਗਾ ਕੋਈ ਇੱਦਾਂ ਦਾ ਸਿਸਟਮ ਹੋਵੇ। ਤੁਸੀਂ ਫਟਾਫਟ ਰਾਜ ਸਭਾ ਦੇ ਵਿੱਚ ਵੌਇਸ ਵੋਟਿੰਗ ਕਰਾ ਕੇ ਕਿਹੜੇ ਕਾਨੂੰਨ ਦੇ ਵਿੱਚ ਤੁਸੀਂ ਧੱਕੇ ਨਾਲ ਜਿਹੜਾ ਤੁਸੀਂ ਇਹ ਕੰਮ ਕੀਤਾ ਹੈ, ਇਹ ਗੱਲ ਤੁਸੀਂ ਇਹ ਕੋਈ ਚੰਗੀ ਕੀਤੀ? ਅੱਗੇ ਆਓ। ਥਰਡ ਗੱਲ, ਅਸੀਂ ਜਿਹੜੀ ਉਸ ਚੀਜ਼ ਦੇ ਵਿੱਚ ਮੋਟੇ ਤੌਰ ਤੇ ਲਈ ਹੈ ਕਿ ਜਿਹੜਾ ਇਹ ਕਾਨੂੰਨ ਤੁਸੀਂ ਬਣਾ ਕੇ ਥੋਪਤਾ, ਇਹ ਕਾਨੂੰਨ ਨੂੰ ਕਿਸੇ ਯੂਨੀਅਨ ਵੱਲੋਂ, ਕਿਸੇ ਸਟੇਟ ਦੇ ਰਿਪਰੈਜ਼ੈਂਟੇਟਿਵ ਵੱਲੋਂ ਕਿਸੇ ਨੇ ਇਸ ਚੀਜ਼ ਨੂੰ ਤੁਹਾਡੀ ਨੂੰ ਅਸੈਪਟ ਨਹੀਂ ਕੀਤਾ। ਤੁਸੀਂ 25 ਤਰੀਕ ਨੂੰ ਪ੍ਰੈਜ਼ੀਡੈਂਟ ਸਾਹਿਬ ਨੇ ਸਾਈਨ ਕਰਤੇ ਨੇ ਤੇ 27 ਨੂੰ ਤੁਸੀਂ ਅਫੀਸ਼ੀਅਲ ਗਜਟ 'ਚ ਵੀ ਕੱਢਤਾ। ਸੋ ਹੁਣ ਮੈਂ ਉੱਥੇ ਲੱਗਾ, ਹੁਣ ਮੈਂ ਕਿਸੇ ਵੀਰ ਭਰਾ ਦਾ ਮੈਂ ਇੱਥੇ ਨਾਮ ਨਹੀਂ ਲੈਣਾ, ਮੈਂ ਉਹਦੀ ਇੱਕ ਵੀਡੀਓ ਦੇਖੀ, ਉਹ ਕਹਿੰਦਾ ਜਿਹੜੇ ਇਹ ਐਡਵੋਕੇਟ ਗਏ ਨੇ ਉਹਨਾਂ ਐਡਵੋਕੇਟਸ ਦੀ ਕ੍ਰੈਡੀਬਿਲਿਟੀ ਦੇਖਣੀ ਚਾਹੀਦੀ ਹੈ, ਉੱਥੇ ਐਡਵੋਕੇਟ ਔਨ ਰਿਕਾਰਡ ਦੀ ਕ੍ਰੈਡੀਬਿਲਿਟੀ ਦੇਖਣੀ ਚਾਹੀਦੀ ਹੈ। ਉਹ ਵੀਰ ਮੇਰਿਆ, ਅਸੀਂ ਆਪ ਇੱਕ ਕਿਸਾਨ ਆ, ਅਸੀਂ ਉਹ ਕਿਸਾਨ ਆ ਵੀ ਕਾਲਾ ਕੋਟ ਤਾਂ ਸਰ ਅਸੀਂ ਇੱਕ, ਤੁਸੀਂ ਇਹ ਕਹਿ ਲਓ ਵੀ ਸਿਰਫ ਅਸੀਂ ਇੱਕ ਪੇਸ਼ੇ ਵਜੋਂ ਪਾਉਂਦੇ ਹਾਂ, ਪਰ ਅਸੀਂ ਉਹ ਹਾਂ ਜੀ, ਅਸੀਂ ਦੋਨੇ ਬ੍ਰਦਰਸ, ਮੈਂ ਤੁਹਾਡੇ ਚੈਨਲ ਰਹੀਆਂ ਦੱਸਣਾ ਚਾਹੁੰਦਾ, ਅਸੀਂ ਸਰ ਖੇਤੀ ਆਪਣੀ ਆਪ ਕਰਾਉਂਦੇ ਹਾਂ। ਅਸੀਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਟਰੈਕਟਰ ਵੀ ਚਲਾਉਂਦੇ ਹਾਂ, ਅਸੀਂ ਵੱਟਾਂ ਵੀ ਲਿਪਦੇ ਹਾਂ, ਅਸੀਂ ਉਹ ਕਿਸਾਨ ਹਾਂ ਸਰ। ਮੈਂ ਕਹਿਣਾ ਨਹੀਂ ਚਾਹੁੰਦਾ ਇਹਨਾਂ ਵੀਰਾਂ ਨੂੰ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਕਣਕ ਦਾ ਆਪਾਂ ਬੀਜ ਕਿੱਲੇ ਦਾ 40 ਕਿਲੋ ਪਾਉਂਦੇ ਹਾਂ, ਇਹ 80 ਦੱਸਣਗੇ। ਇਹ ਉਹ ਨੇ ਜਿਨ੍ਹਾਂ ਨੂੰ ਅਸੀਂ ਪਨੀਰੀ ਦਾ ਜਿਹੜਾ ਬੀਜ ਹੈ ਨਾ ਉਹ 5 ਕਿਲੋ ਪੈਂਦਾ ਹੈ, ਸਾਨੂੰ ਪਤਾ ਵੀ ਆਪਾਂ 36-40 ਦਾ ਜਿਹੜਾ ਉਹ ਕਿੱਲਾ ਹੁੰਦਾ ਹੈ। ਸਾਨੂੰ ਪਤਾ ਵੀ ਰਾਤ ਨੂੰ ਅਸੀਂ ਜਦੋਂ ਮੋਟਰਾਂ ਨੂੰ ਜਾ ਕੇ ਪਾਣੀ ਲਾਉਂਦੇ ਹਾਂ, ਅਸੀਂ ਉਹ ਕਿਸਾਨ ਆ, ਅਸੀਂ ਉਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਜਿਹੜੇ ਆਪ ਫਾਰਮਰ ਆ। ਸੋ ਉਸ ਬੰਦੇ ਦੀ ਕ੍ਰੈਡੀਬਿਲਿਟੀ ਚੈੱਕ ਕਰਨ ਦੀ ਲੋੜ ਨਹੀਂ ਹੁੰਦੀ ਜਿਹੜਾ ਆਪ ਕਿਸਾਨ ਹੋਵੇ। ਮੇਰੇ ਕੋਲ ਜਦੋਂ ਲੱਖੋਵਾਲ ਸਾਹਿਬ ਪਹਿਲੇ ਦਿਨ ਆਏ, ਸਾਨੂੰ ਉਹਨਾਂ ਨੇ ਆ ਕੇ ਪੁੱਛਿਆ ਜੀ ਵਕੀਲ ਸਾਹਿਬ ਇਹ ਕੇਸ ਕਰਨਾ ਹੈ। ਮੈਂ ਕਿਹਾ ਜੀ ਮੈਨੂੰ, ਉਹ ਕਹਿੰਦੇ ਜੀ ਤੁਸੀਂ ਆਪਣੀ ਫੀਸ ਦੱਸੋ। ਮੈਂ ਕਿਹਾ ਜੀ ਇੱਕ ਸਿੰਗਲ ਪੈਨ ਹੀ ਨਹੀਂ ਲੈਣੀ, ਪਟੀਸ਼ਨ ਵੀ ਡਰਾਫਟ ਕੀਤੀ ਹੈ, ਆਪਣੇ ਕੋਲੋਂ ਕੀਤੀ ਹੈ,
ਉਹ 500 ਪੇਜ ਦੀ ਪਟੀਸ਼ਨ ਸੀ ਔਰ ਗੱਡੀਆਂ ਲੈ ਕੇ ਦਿੱਲੀ ਗਏ ਆ ਸਰ ਕਿਸਾਨਾਂ ਪਿੱਛੇ। ਮੈਂ ਤੇ ਬ੍ਰਦਰ ਅੱਜ ਮੈਂ ਖੁੱਲੀ ਗੱਲ ਕਰ ਦਿੰਦਾ, ਅਸੀਂ ਇਹ ਕਹਿੰਦੇ ਸੀ ਕਿ ਅਸੀਂ ਮਾਣਯੋਗ ਚੰਗੇ ਵਕੀਲ ਲੈ ਕੇ ਆਉਣੇ ਨੇ, ਸਾਨੂੰ ਇਹਦੇ 'ਚ ਸਾਡੇ ਤੋਂ ਉੱਪਰ ਕੋਈ ਇਹੋ ਜਿਹੀ ਗੱਲ ਨਹੀਂ, ਚੰਗੇ ਵਕੀਲ ਟੌਪ ਤੋਂ ਟੌਪ ਇੰਡੀਆ ਦੇ ਵਿੱਚ ਬੈਠੇ ਨੇ, ਤੁਸੀਂ ਲੈ ਕੇ ਆਓ। ਮੈਂ ਤੇ ਬ੍ਰਦਰ ਦੋਨੇ ਜਣੇ ਅਸੀਂ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਹਾਂ, ਅਸੀਂ ਉਹਨਾਂ ਦੀਆਂ ਫਾਈਲਾਂ ਚੱਕਣ ਨੂੰ ਤਿਆਰ ਹਾਂ। ਅਸੀਂ ਸਾਨੂੰ ਕਿਤੇ ਲੋੜ ਪਵੇ ਮੈਂ ਕਾਲਾ ਕੋਟ ਲਾ ਕੇ ਜਿੱਦਣ ਕਹੋਗੇ ਅਸੀਂ ਕਿਸਾਨਾਂ ਨੂੰ, ਸਾਨੂੰ ਕੋਈ ਜਥੇਬੰਦੀ ਲਈ ਸਾਡਾ ਉਹ ਆਪਣਾ ਖੂਨ ਹੈ, ਅਸੀਂ ਆਪ ਕਿਸਾਨ ਆ, ਸਾਨੂੰ ਗ੍ਰਿਫਤਾਰੀ ਦੀ ਲੋੜ ਪੈਂਦੀ ਹੈ ਸਰ, ਅਸੀਂ ਗ੍ਰਿਫਤਾਰੀ ਸਭ ਤੋਂ ਪਹਿਲਾਂ ਅਸੀਂ ਦੋਨੇ ਭਰਾ ਦੇਵਾਂਗੇ, ਗ੍ਰਿਫਤਾਰੀ ਦੇਵਾਂਗੇ। ਮੈਂ ਜਦੋਂ ਸੁਪਰੀਮ ਕੋਰਟ ਗਿਆ ਸਰ, ਇੱਥੇ ਮੈਂ ਇੱਕ ਚੀਜ਼ ਦੱਸ ਦਿੰਦਾ, ਸਾਡੇ ਕੋਲ ਉੱਥੇ ਸਾਨੂੰ ਦੇਖਿਆ ਕਿ ਉਹ 15-20 ਕਿਸਾਨ ਖੜੇ ਸੀਗੇ ਬੜੇ ਡਰੇ, ਨਾਲ 10-15-20 ਮੁਲਾਜ਼ਮ ਉੱਥੇ ਦਿੱਲੀ ਪੁਲਿਸ ਦੇ ਸੁਪਰੀਮ ਕੋਰਟ ਕਰਕੇ ਵੀ ਕਿਤੇ ਪ੍ਰੋਟੈਸਟ ਨਾ ਕਰ ਦੇਣ। ਉਹ ਸਾਡੇ ਕੋਲ ਆਏ, ਸਾਨੂੰ ਕਹਿੰਦੇ ਜੀ ਇਹ ਤੁਸੀਂ ਕਿਸੇ ਤੋਂ ਆਗਿਆ ਲੈ ਕੇ ਆਏ ਹੋ? ਮੈਂ ਕਿਹਾ ਸਰ 17 ਬੰਦੇ ਤਾਂ ਸਾਡੇ ਪਟੀਸ਼ਨਰ ਨੇ, ਇਹ ਕਿਸਾਨ ਨੇ, ਐਜੀਟੇਟਰ ਨਹੀਂ ਹੈਗੇ, ਇਹ ਕੋਈ ਪ੍ਰੋਟੈਸਟ ਕਰਨੀ ਇੱਥੇ ਆਏ। ਤਾਂ ਮੈਨੂੰ ਤੇ ਬ੍ਰਦਰ ਨੂੰ ਇਹ ਲੱਗਿਆ ਕਿ ਯਾਰ ਇਹਨਾਂ ਨੂੰ ਮੈਨੂੰ ਲੱਗਦਾ ਗ੍ਰਿਫਤਾਰ ਨਾ ਕਰ ਲੈਣ, ਤਾਂ ਮੈਂ ਆਪਣੇ ਡਰਾਈਵਰ ਨੂੰ ਨਾਲ ਹੀ ਕਿਹਾ, ਮੈਂ ਕਿਹਾ ਯਾਰ ਤੂੰ ਮੇਰਾ ਕਾਲਾ ਕੋਟ ਨਾਲੋਂ ਨਾਲ ਮੈਂ ਲਾ ਦੇਣਾ, ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਦੇਵਾਂਗੇ ਉਹ ਮੈਂ ਤੇ ਬ੍ਰਦਰ ਦੇਵਾਂਗੇ। ਜੇ ਕੱਲ ਨੂੰ ਕਿਸੇ ਪਾਸੇ ਕਿਤੇ ਗੋਲੀ ਵੀ ਚੱਲਦੀ ਹੈ ਤਾਂ ਇਸ ਹਿੱਕ 'ਚ ਮਾਰਿਓ, ਅਸੀਂ ਗੋਲੀ ਸਹਿਣ ਨੂੰ ਵੀ ਤਿਆਰ ਹਾਂ। ਸੋ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ। ਅਸੀਂ ਬੀਇੰਗ ਏ ਫਾਰਮਰ, ਮੈਂ ਆਪਣੇ ਸਾਰੇ ਭਰਾਵਾਂ ਨੂੰ, ਸਿੰਗਰਸ ਨੂੰ ਮੁਬਾਰਕ ਦਿੰਦਾ ਕਿ ਤੁਸੀਂ ਡਟ ਕੇ ਸਾਥ ਦੇ ਰਹੇ ਹੋ। ਸਾਰੇ ਸੈਲੀਬ੍ਰਿਟੀ ਸਭ ਆਪੋ ਆਪਣੀ ਥਾਂ ਤੇ, ਕੋਈ ਵਕੀਲ ਭਰਾ ਨੇ, ਸਭ ਕੰਮ ਕਰ ਰਹੇ ਨੇ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਐਵੇਂ ਆਪਾਂ ਕਿਸੇ ਨੂੰ ਕਹੀਏ ਯਾਰ ਉੱਥੇ ਆਹ ਕਰੀ ਜਾਂਦਾ, ਉੱਥੇ ਦੇਖੋ ਸਾਰਿਆਂ ਦਾ ਏਜੰਡਾ ਕੀ ਹੈ। ਅਸੀਂ ਉਦਣ ਗਏ ਸੀ, ਸਾਡਾ ਏਜੰਡਾ ਕੀ ਸੀ? ਕੈਂਸਲੇਸ਼ਨ ਮੰਗ ਰਹੇ ਸੀ ਆਰਡੀਨੈਂਸਿਸ ਦੀ। ਸੋ ਅੱਜ ਵੀ ਤੇ ਕੱਲ ਵੀ ਤੇ ਪਰਸੋਂ ਵੀ ਏਜੰਡਾ ਇਹੀ ਰਹੇਗਾ ਤੇ ਡਟ ਕੇ ਸਾਥ ਦੇਵਾਂਗੇ। ਖੋਖਰ ਸਾਹਿਬ ਇੱਕ ਚੀਜ਼ ਨਹੀਂ, ਇਹਦੇ ਨਾਲ ਇਹ ਸਵਾਲ 'ਚ ਕਰ ਲਿਓ, ਕੱਲ ਨੂੰ ਕੋਈ ਹੋਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਕੇਸ ਪਾਉਂਦੀਆਂ ਨੇ ਜਾਂ ਫਿਰ ਪੰਜਾਬ ਸਰਕਾਰ ਵੀ ਪਾਉਂਦੀ ਆ, ਤੁਸੀਂ ਹੁਣ ਉਹ ਅਰਜੀ ਵਾਪਸ ਲੈ ਲਈ, ਦੁਬਾਰੇ ਉਹ 'ਤੇ ਕੋਈ ਨੈਗੇਟਿਵ ਅਸਰ ਤਾਂ ਨਹੀਂ ਪਏਗਾ? ਸੁਪਰੀਮ ਕੋਰਟ ਕਹੇਗੀ ਵੀ ਇਹ ਕੀ ਮਤਲਬ ਹੋਇਆ, ਤੁਸੀਂ ਕਦੇ ਪਾਉਂਦੇ ਹੋ ਕਦੇ ਵਾਪਸ ਲੈਂਦੇ? ਮੈਂ ਖੋਖਰ ਸਾਹਿਬ ਇੱਥੇ ਇਹ ਕਹਿਣਾ ਚਾਹੁੰਦਾ ਵੀ ਅਸੀਂ ਜਦੋਂ 5 ਅਕਤੂਬਰ ਨੂੰ ਜਦੋਂ ਅਸੀਂ ਇਹ ਸਾਰੀ ਫਾਈਲ ਅਸੀਂ ਪੁੱਟ ਅਸੀਂ ਕਰਨ ਜਾ ਰਹੇ ਸੀ, ਤਾਂ ਤੁਸੀਂ ਕਹਿ ਲਓ ਵੀ ਅਸੀਂ ਫਾਈਲ ਪਹਿਲਾਂ ਜਿਵੇਂ ਵਕੀਲ ਸਾਹਿਬ ਕਹਿ ਕੇ ਬੈਠੇ ਨੇ ਵੀ ਸਾਡੀ ਇੱਕ ਟੀਮ ਹੁੰਦੀ ਹੈ ਨਾਲ, ਅਸੀਂ ਜਿਹੜੀ ਫਾਈਲ ਸੀ ਉਹ ਆਪਣੇ AORs ਨੂੰ ਅਸੀਂ ਦੇ ਕੇ ਆਏ ਸੀ ਜੀ। ਔਰ ਉਸ ਤੋਂ ਬਾਅਦ ਜਿਹੜੇ AOR ਦੇ ਉਹਦਾ ਕੰਮ ਕੀ ਹੁੰਦਾ ਵੀ ਉਹਨੇ ਟੈਕਨੀਕਲੀ ਚੈੱਕ ਕਰਨਾ ਹੁੰਦਾ ਵੀ ਕਿੱਥੇ ਕੋਈ ਮਾਈਨਸ ਪਲੱਸ ਹੈ। ਸੋ ਉਹਦੇ ਤੇ ਇੱਕ ਉਹਨਾਂ ਨੇ ਸਾਨੂੰ ਇੱਕ ਸੀਕੁਐਂਸ ਵਾਈਜ਼ ਆਬਜੈਕਸ਼ਨਸ ਫਾਈਲ ਕੀਤੇ। ਸਬਸੀਕੁਐਂਟਲੀ ਜਿਹੜੇ ਸਾਡੇ ਮੇਨ ਪਟੀਸ਼ਨਰ ਹਰਿੰਦਰ ਸਿੰਘ ਲੱਖੋਵਾਲ ਸੀ, ਸਾਨੂੰ ਉਹਨਾਂ ਦਾ ਫੋਨ ਆ ਗਿਆ ਵੀ ਸਰ ਹਜੇ ਤੁਸੀਂ ਪਲੀਜ਼ ਰੋਕ ਲਓ ਕਿਉਂਕਿ ਸਾਡਾ ਆਪਸ 'ਚ ਜਥੇਬੰਦੀਆਂ ਦਾ ਕੋਈ ਇੰਟਰਨਲ ਮਸਲਾ ਚੱਲ ਪਿਆ। ਸੋ ਸਾਡੀ, ਮੈਂ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਦਾਇਰ ਹਜੇ ਹੋਈ ਨਹੀਂ ਸੀ। ਮੈਂ ਦਿਸ ਇਜ਼ ਵਾਟ ਆਈ ਐਮ ਸੇਇੰਗ ਕਿ ਸਾਡੀ ਜਿਹੜੀ ਰਿਟ ਸੀ ਉਹ ਤੁਸੀਂ ਇਹ ਕਹਿ ਸਕਦੇ ਹੋ ਵੀ ਇੱਕ ਸੁਪਰੀਮ ਕੋਰਟ ਦੀ ਜਿਹੜੀ ਇੱਕ ਦਹਲੀਜ਼ ਕਹਿ ਦਿੰਦੇ ਆਪਾਂ, ਉੱਥੋਂ ਤੱਕ ਸਾਡੀ ਪਹੁੰਚ ਗਈ ਸੀ। ਪਰ ਸਾਨੂੰ ਜਦੋਂ ਪਿੱਛੋਂ ਸਾਡੀਆਂ ਜਿਹੜੀਆਂ ਇੰਸਟਰਕਸ਼ਨਸ ਆਈਆਂ ਸੀ ਉਹਦੇ ਮੁਤਾਬਕ ਅਸੀਂ ਫਿਰ ਜਿਹੜੀ ਆਪਣੀ ਰਿਟ ਸੀ ਉਹ ਅਸੀਂ ਦਿੱਲੀ ਤੋਂ ਜਿਹੜੇ AOR ਸੀਗੇ ਅਸੀਂ ਉਹਨਾਂ ਤੋਂ ਵਾਪਸ ਲੈਂਦੀ। ਔਰ ਇੱਥੇ ਇੱਕ ਚੀਜ਼ ਹੋਰ, ਸਾਡੀ ਜਿਹੜੀ ਵਾਪਸ ਕੀਤੀ ਜਾਂ ਅਸੀਂ ਗਏ ਉਹ ਤਾਂ ਹੁਣ ਸਾਡਾ ਜੇਕਰ ਕੋਈ ਹੋਰ ਧਿਰ ਸਾਡੇ ਵੱਲੋਂ ਜਾਂਦੀ ਹੈ, ਭਾਵੇਂ ਸਟੇਟ ਜਾਂਦੀ ਹੈ, ਭਾਵੇਂ ਕੋਈ ਇੰਡੀਵਿਜੂਅਲ ਜਾਂਦੇ ਨੇ, ਭਾਵੇਂ ਐਸੋਸੀਏਸ਼ਨ ਜਾਂਦੀ ਹੈ, ਉਹਦੇ ਉੱਪਰ ਕੋਈ ਨੈਗੇਟਿਵ ਟੈਕਨੀਕਲ ਸਵਾਲ 'ਚ ਆ ਗਿਆ, ਆਪਾਂ ਕਹਿ ਸਕਦੇ ਹਾਂ ਕਿ ਕੇਸ ਵਾਪਸ ਲੈ ਲਿਆ, ਇਹ ਇੱਕ ਨਹੀਂ ਵਰਤ ਸਕਦੇ ਸ਼ਬਦ। ਤੁਸੀਂ ਕਲੀਅਰ ਕੱਟ ਤਾਂ ਇਹ ਗੱਲ ਹੈਗੀ ਵੀ ਹਜੇ ਤੱਕ ਤਾਂ ਜੇ ਦੇਖਿਆ ਜਾਵੇ ਤਾਂ ਕੇਸ ਜਿਹੜਾ ਹੈ ਉਹ ਸੁਪਰੀਮ ਕੋਰਟ ਮਾਣਯੋਗ ਦੇ ਵਿੱਚ ਤਾਂ ਗਿਆ ਹੀ ਨਹੀਂ ਸੀਗਾ। ਕਿਉਂਕਿ ਅਸੀਂ ਕੀ ਸੀਗੇ, ਅਸੀਂ ਕੇਸ ਦਾਇਰ ਕਰਨ ਗਏ ਸੀਗੇ। ਜਦੋਂ ਅਸੀਂ ਪਹੁੰਚੇ ਹਾਂ ਤਾਂ ਸਾਨੂੰ ਉੱਥੇ ਹੀ ਤੁਸੀਂ ਕਹ ਲਓ ਅਸੀਂ ਸਾਡੀ ਟੀਮ ਸੀ ਜਿਹੜੀ ਅੰਦਰ ਹੀ ਸੁਪਰੀਮ ਕੋਰਟ 'ਚ ਸਾਡੇ ਚੈਂਬਰਸ ਨੇ, ਅਸੀਂ ਉੱਥੇ ਜਿਹੜੀ ਫਾਈਲ ਸੀ ਉਹ ਹੈਂਡਓਵਰ ਕਰਤੀ ਸੀ ਕਿਉਂਕਿ ਨੈਕਸਟ ਜਿਹੜੀ ਕਾਰਵਾਈ ਸੀਗੀ ਉਹ ਉਹਨਾਂ ਵੱਲੋਂ ਪੈਣੀ ਸੀਗੀ। ਮੈਂ ਇੱਥੇ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਖੋਖਰ ਸਾਹਿਬ ਵੀ ਜਿਵੇਂ ਅਸੀਂ ਵੀ ਦੋਵੇਂ ਅਸੀਂ ਇਹਦੇ ਵਿੱਚ ਕੇਸ ਦੇ ਵਿੱਚ ਇੰਗੇਜ ਹੋਏ, ਇਹ ਇੱਕ ਮੈਂ ਸਮਝਦਾ ਵੀ ਇੱਕ ਬੜਾ ਸੈਂਸਿਟਿਵ ਮਸਲਾ ਸੀ, ਬੜੀ ਵੱਡੀ ਇਹ ਰਿਸਪੌਂਸਿਬਿਲਟੀ ਸੀ ਜੀ। ਸੁਰਖੀਆਂ ਤਾਂ ਇਹ ਲੱਗੇ ਸੀ ਇੱਧਰ ਕਿ ਲੱਖੋਵਾਲ ਨੇ ਪਟੀਸ਼ਨ ਦਾਇਰ ਕਰਤੀ, ਫਿਰ ਉਹ ਕਮਿਊਨੀਕੇਸ਼ਨ ਗੈਪ ਰਹਿ ਗਿਆ। ਮੈਂ ਤੁਹਾਨੂੰ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਮੈਂ ਇੱਥੇ ਥੋੜਾ ਜਿਹਾ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿਉਂਕਿ ਦੇਖੋ ਜਿਹੜਾ ਸਾਡੇ ਬਾਹਰ ਜਿਹੜੇ ਸਾਡੇ ਕਿਸਾਨ ਫਾਰਮਰਸ ਨੇ, ਜਦੋਂ ਅਸੀਂ ਪਟੀਸ਼ਨ ਲੈ ਕੇ ਅੰਦਰ ਆਪਣੀ ਟੀਮ AORs ਦੇ ਕੋਲ ਅਸੀਂ ਲੈ ਕੇ ਗਏ, ਆਪਣੀ ਫਾਈਲ ਪੁੱਟ ਅਪ ਕੀਤੀ ਹੈ ਜਾ ਕੇ, ਕਿਉਂਕਿ AORs ਦੀ ਜਿਹੜੀ ਟੀਮ ਹੈ ਉਹਨਾਂ ਦਾ ਲਾਇਸੈਂਸ ਮੇਨ ਉਹਨਾਂ ਦਾ ਚੜ੍ਹਦਾ ਹੈ। ਅਸੀਂ ਦੋਵੇਂ ਇਸ ਕੇਸ ਦੇ ਵਿੱਚ ਅਸੀਂ ਆਰਗੂਇੰਗ ਕਾਉਂਸਲ ਵੀ ਸੀ ਤੇ ਅਸੀਂ ਕੇਸ ਵੀ ਸਾਰਾ ਖੁਦ ਅਸੀਂ ਆਪ ਡਰਾਫਟ ਕੀਤਾ ਸੀ। ਸੋ ਉਹਦੇ 'ਚ ਜਿਹੜੇ ਬਾਹਰ, ਕਿਉਂਕਿ ਪੱਤਰਕਾਰ ਉਸ ਵੇਲੇ ਬਹੁਤ ਸੀਗੇ ਤੇ ਕੁਛ ਜਿਵੇਂ ਪਹਿਲਾਂ ਵਕੀਲ ਸਾਹਿਬ ਕਹਿ ਕੇ ਬੈਠੇ ਨੇ ਵੀ ਬਾਹਰ ਪੁਲਿਸ ਬਹੁਤ ਜ਼ਿਆਦਾ ਇਕੱਠੀ ਹੋ ਰਹੀ ਸੀ। ਸੋ ਉਹਨਾਂ ਨੇ ਜਦੋਂ ਪੱਤਰਕਾਰਾਂ ਦੇ ਮੁਤਾਬਕ ਉਹਨਾਂ ਨੇ ਕਿਹਾ ਜੀ ਵੀ ਅਸੀਂ ਇੱਥੇ ਕੇਸ ਦਾਇਰ ਕਰਨ ਆਏ ਹਾਂ ਤੇ ਇਹਦੇ ਵਿੱਚ ਕੋਈ ਸਰ ਇਹਦੇ ਵਿੱਚ ਗਏ ਤਾਂ ਅਸੀਂ ਤਿਆਰੀ 'ਚ ਹੀ ਸੀ। ਦੇਖੋ ਕੇਸ ਤਾਂ ਅਸੀਂ ਤਿਆਰ ਕਰਕੇ ਲੈ ਕੇ ਗਏ, ਉੱਥੇ ਹਜੇ ਬਿਲਕੁਲ ਸਪਸ਼ਟ ਕਰ ਦਿੰਨਾ
ਉੱਥੇ ਸਰ ਸਾਡੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਕੋਈ ਨੈਗੇਟਿਵ ਇੰਪੈਕਟ ਨਹੀਂ, ਕੋਈ ਨੰਬਰ ਨਹੀਂ ਲੱਗਿਆ। ਹਜੇ ਤਾਂ ਜਿਹਨੂੰ ਕਹਿੰਦੇ ਨਹੀਂ ਆਪਾਂ ਮੁੱਢਲੀਆਂ ਕਤਾਰਾਂ 'ਚ ਸੀ, ਹਜੇ ਤਾਂ ਉਹ ਚੈੱਕ ਹੋ ਰਹੀ ਸੀ, ਹਜੇ ਤਾਂ ਫਸਟ ਕਾਊਂਟਰ ਤੇ ਸੀ। ਉਹਨਾਂ ਨੇ ਦੱਸਿਆ ਜੀ ਇੰਨੇ ਡਿਫੈਕਟ ਨੇ, ਆਹ ਤੁਸੀਂ ਸਵੇਰੇ ਮਾਰਨਿੰਗ ਜਿਹੜੇ ਨੇ ਉਹ ਕਲੀਅਰ ਕਰਕੇ ਦੁਬਾਰਾ ਲੈ ਜਾਓ। ਸੋ ਲੱਖੋਵਾਲ ਸਾਹਿਬ ਦਾ ਕਲੀਅਰ ਫੋਨ ਆ ਗਿਆ, ਉਹ ਕਹਿੰਦੇ ਯਾਰ ਆਪਾਂ ਇਹਨੂੰ ਅੱਗੇ ਅਸੀਂ ਸਰ ਪਲੀਜ਼ ਦਾਇਰ ਨਾ ਕਰਿਓ, ਇਹਨੂੰ ਅੱਗੇ ਕਾਰਵਾਈ ਨਾ ਲੈ ਕੇ ਆਓ, ਇਹਨੂੰ ਵਾਪਸ ਕਰ ਲਓ। ਇੱਕ ਐਜ ਏ ਵਕੀਲ ਵੀ, ਐਜ ਏ ਕਿਸਾਨ ਵੀ ਤੁਹਾਡੇ ਤੋਂ ਸਵਾਲ ਹੈ, ਤੁਸੀਂ ਐਜ ਏ ਕਿਸਾਨ, ਐਜ ਏ ਵਕੀਲ ਇੱਕ ਕਾਨੂੰਨੀ ਨੋਟਿਸ ਵੀ ਦੇਣਾ ਹੁੰਦਾ ਸਰਕਾਰ ਨੂੰ, ਉਹ ਤੁਸੀਂ ਆਪਣੇ ਲੈਵਲ ਤੇ ਦੇ ਸਕਦੇ ਹੋ ਵੀ ਇੰਨੇ ਦਿਨ ਦਾ ਭਾਈ ਨੋਟਿਸ ਹੈ, ਇਹ ਗਲਤ ਕੀਤਾ। ਦੇਖੋ ਉਹ ਨੋਟਿਸ ਜਿਹੜਾ ਸੀ ਉਹ ਆਰਡੀਨੈਂਸਿਸ ਤੋਂ ਪਹਿਲਾਂ ਦੇ ਸਕਦੇ ਸੀ। ਹੁਣ ਆਰਡੀਨੈਂਸ ਤਾਂ ਦੇਖੋ, ਹਾਂ ਪੰਜਾਬ ਸਰਕਾਰ ਨੂੰ 131 ਬਾਰੇ ਉਹ ਅਸੀਂ ਜ਼ਰੂਰ, ਅਸੀਂ ਕੱਲ੍ਹ ਜਾਂ ਇੱਕ ਅੱਧੇ ਦਿਨ ਦੇ ਵਿੱਚ ਜ਼ਰੂਰ ਕਰਾਂਗੇ। ਉਹਦੇ 'ਚ ਅਸੀਂ ਰਿਕੁਐਸਟ ਕਰਾਂਗੇ ਪੰਜਾਬ ਸਰਕਾਰ ਨੂੰ ਕਿ ਕਾਈਂਡਲੀ ਤੁਸੀਂ ਮੂਵ ਹੋਵੋ। ਦੇਖੋ ਇਹ ਮਸਲਾ ਜਿਹੜਾ ਹੈ ਭਾਜੀ, ਇਹ ਜਿਹੜਾ ਮਸਲਾ ਖੋਖਰ ਸਾਹਿਬ, ਇਹ ਮਸਲਾ ਦੇਖੋ SYL ਦਾ ਜਿਹੜਾ ਮਸਲਾ ਸੀ ਉਹਦੇ ਵਿੱਚ ਜੋ ਇਸ਼ੂ ਹੋਇਆ, ਆਪਾਂ ਵਕੀਲ ਲੇਟ ਕੀਤੇ, ਰਿਪਲਾਈਆਂ ਲੇਟ ਹੋਈਆਂ, ਆਈ ਡੋਂਟ ਨੋ 30 35 40 ਸਾਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਕਿਵੇਂ ਹੋਇਆ, ਪਰ ਆ ਜਾ ਕੇ ਗੱਲ ਇਹੀ ਨਿਕਲਦੀ ਸੀ ਕਿ ਯਾਰ ਲੀਗਲੀ ਐਕਸ਼ਨ ਟਾਈਮਲੀ ਨਹੀਂ ਹੋਈ। ਸੋ ਜਿਹੜਾ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ ਜਾਂ ਆਉਣ ਵਾਲੇ ਟਾਈਮ, ਸਾਨੂੰ ਬੜੀਆਂ ਜਥੇਬੰਦੀਆਂ ਸਾਨੂੰ ਕਾਲ ਕਰ ਰਹੀਆਂ ਨੇ, ਖੋਖਰ ਸਾਹਿਬ ਬੜੀਆਂ ਜਥੇਬੰਦੀਆਂ ਕਾਲ ਕਰ ਰਹੀਆਂ ਨੇ, ਪਰ ਅਸੀਂ ਹਜੇ ਵੇਟ ਕਰਾਂਗੇ। ਪਰਮਾਤਮਾ ਸੁੱਖ ਰੱਖੇ, ਆਪਾਂ ਪੂਰੀ ਏਕਤਾ ਦੇ ਨਾਲ, ਦੇਖੋ ਸਾਨੂੰ ਸਾਡਾ ਕਿਸੇ ਨਾਲ ਵੈਰ ਨਹੀਂ, ਸਭ ਸਾਡੇ ਭਰਾ ਨੇ, ਆਪਾਂ ਇੱਕ ਇਕੱਠੇ ਹੋ ਕੇ ਲੜਾਈ ਲੜਨੀ ਹੈ ਐਜ਼ ਏ ਕੌਂਸਲ। ਅਸੀਂ ਆਪਣੇ ਜਿਹੜੇ ਸਾਡੇ ਵਕੀਲ ਭਰਾ ਨੇ ਹਾਈ ਕੋਰਟ ਤੋਂ, ਸਾਡੇ ਸਾਰੀਆਂ ਹਰਿਆਣੇ ਪੰਜਾਬ ਤੋਂ, ਉਹਨਾਂ ਨੂੰ ਵੀ ਅਸੀਂ ਦੋ ਹੱਥ ਜੋੜ ਕੇ ਸਾਰਿਆਂ ਦੀ ਟੀਮ ਲੈ ਕੇ ਚੱਲਾਂਗੇ ਇਸ ਵਾਰੀ ਪ੍ਰੋਪਰ ਤਰੀਕੇ ਨਾਲ। ਤੁਸੀਂ ਲਿਖਤੀ ਦਿਓਗੇ ਕੈਪਟਨ ਸਰਕਾਰ ਨੂੰ ਕਿ ਜਲਦੀ ਕੇਸ ਕਰੋ ਸੁਪਰੀਮ ਕੋਰਟ 'ਚ? ਮੈਂ ਤੁਹਾਨੂੰ ਖੋਖਰ ਸਾਹਿਬ ਇੱਥੇ ਇੱਕ ਚੀਜ਼ ਕਲੀਅਰ ਕਰਨੀ ਚਾਹੁੰਦਾ। ਤੁਸੀਂ ਇੱਕ ਸਵਾਲ ਪੁੱਛਿਆ ਬੜਾ ਵਧੀਆ ਵੀ ਕੀ ਤੁਸੀਂ ਆਪਣੇ ਵੱਲੋਂ ਕੋਈ ਰਿਪਰੈਜ਼ੈਂਟੇਸ਼ਨ ਜਾਂ ਤੁਸੀਂ ਕੋਈ ਦਿੱਤੀ, ਤਾਂ ਇੱਥੇ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੂੰ ਅਪਰੋਚ ਕਰਨ ਤੋਂ ਪਹਿਲਾਂ ਸਾਡੇ, ਦੇਖੋ ਇਹਦੇ 'ਚ ਦੋ ਗੱਲਾਂ ਹੁੰਦੀਆਂ ਨੇ, ਜਾਂ ਅਸੀਂ ਨੋਟਿਸ ਧਿਆਨ 'ਚ ਲਿਆਈਏ ਸਰਕਾਰ ਦੇ, ਤੇ ਜਾਂ ਸਾਡਾ ਕਲਾਇੰਟ ਲਿਆਵੇ। ਸਾਡੇ ਜਿਹੜੇ ਫਾਰਮਰਸ ਐਸੋਸੀਏਸ਼ਨਸ ਨੇ ਜਿਨ੍ਹਾਂ ਨੇ ਸਾਨੂੰ ਹਾਇਰ ਕੀਤਾ ਸੀ, ਉਹਨਾਂ ਨੇ ਮਾਣਯੋਗ CM ਸਾਹਿਬ ਨੂੰ ਪਹਿਲਾਂ ਮੈਮੋਰੰਡਮ ਦਿੱਤਾ ਹੈ ਵੀ ਆਹ ਜਿਹੜੇ ਹਾਲਾਤ ਬਣ ਕੇ ਸਾਡੀ ਜਿਹੜੀ ਸਥਿਤੀ ਉਹ ਬੜੀ ਵਰਸੇ। ਪਹਿਲਾਂ ਉਹਨਾਂ ਨੇ CM ਸਾਹਿਬ ਨੂੰ, ਇੱਕ ਉਹਨਾਂ ਨੇ ਮਾਣਯੋਗ ਗਵਰਨਰ ਨੂੰ, ਤੁਹਾਡੇ ਮੇਰੇ ਖਿਆਲ ਧਿਆਨ 'ਚ ਵੀ ਹੋਣਾ ਹੈ, ਇੱਕ ਉਹਨਾਂ ਨੇ ਮਾਣਯੋਗ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ, ਨਰਿੰਦਰ ਮੋਦੀ ਜੀ ਨੂੰ। ਉਹਨਾਂ ਨੇ ਪਹਿਲਾਂ ਇਹ ਤਿੰਨੇ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਸੀ, ਜਿਹੜੀਆਂ ਅਸੀਂ ਆਪਣੀ SLP ਦੇ ਵਿੱਚ ਅਟੈਚ ਕੀਤੀਆਂ ਸੀ। ਸੋ ਮੇਰੇ ਕਹਿਣ ਤੋਂ ਇੱਥੇ ਭਾਵ ਇਹ ਹੈ ਕਿ ਇਹ ਜਿਹੜਾ ਇੱਕ ਸਾਰਾ ਮਸਲਾ ਹੈ, ਇਹ ਇੱਕ ਸੈਂਸਿਟਿਵ ਮਸਲਾ ਸੀ। ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਦਾ ਵੀ ਫਾਰਮਰਸ ਦਾ ਜਿਹੜਾ ਮਸਲਾ ਹੈ, ਸਾਡੀ ਪੋਜੀਸ਼ਨ ਜਿਹੜੀ ਸਾਡੀ ਸੂਬੇ ਦੀ ਹੈ ਉਹ ਬੜੀ ਸਾਡੀ ਵਰਸ ਪੋਜੀਸ਼ਨ ਹੈ। ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਮੰਨ ਲਓ ਕੋਈ ਰਾਜਸੀ ਲੀਡਰ ਨੇ, ਪੋਲੀਟੀਕਲ ਲੀਡਰਸ ਕਹਿ ਲਓ, ਜਾਂ ਤੁਸੀਂ ਕਹਿ ਲਓ ਕੁਛ ਕੁ ਲੋਕ, ਮੈਂ ਹੁਣ ਨਾਮ ਨਹੀਂ ਇੱਥੇ ਲੈਣਾ ਚਾਹੁੰਦਾ, ਜਿਨ੍ਹਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਹ ਕੋਈ ਇਹੋ ਜਿਹਾ ਪਲੇਟਫਾਰਮ ਹੈ ਜਿੱਥੋਂ ਕੱਲ੍ਹ ਨੂੰ ਅਸੀਂ ਇਹਦੇ ਮੋਢਿਆਂ 'ਤੇ ਚੜ੍ਹ ਕੇ ਅਸੀਂ ਅੱਗੇ ਕਿਸੇ ਕੰਢੇ ਲੱਗ ਸਕਦੇ ਹਾਂ। ਮੈਂ ਇੱਥੇ ਇਹ ਗੱਲ ਮੈਂ ਜ਼ਰੂਰ ਆਪਣੇ ਵੱਲੋਂ ਮੈਂ ਕਹਿਣੀ ਚਾਹੁੰਦਾ ਵੀ ਇਹ ਕੋਈ ਇਹੋ ਜਿਹਾ ਮਸਲਾ ਨਹੀਂ, ਇਹ ਬੜਾ ਸੈਂਸਿਟਿਵ ਮਸਲਾ ਹੈ। ਕੱਲ੍ਹ ਨੂੰ ਜਿਹੜੇ ਦੇ ਕੌਨਸੀਕੁਐਂਸਿਸ ਨੇ, ਜਿਹੜੇ ਆਪਾਂ ਕਹਾਂਗੇ ਜਿਹੜੇ ਇਹਦੇ ਅੱਗੋਂ ਜਾ ਕੇ ਇਹਦੇ ਸਿੱਟੇ ਨਿਕਲਣੇ ਨੇ ਜਾਂ ਇਹਦਾ ਅਸਰ ਜਿਹੜਾ ਪੈਣਾ ਹੈ, ਉਹਦੇ 'ਚ ਜਿਹੜਾ ਮੇਨ ਅਸਰ ਪੈਣਾ ਹੈ ਉਹ ਉਸ ਫਾਰਮਰ ਦੇ ਮੋਢਿਆਂ 'ਤੇ ਪੈਣਾ ਹੈ ਜਿਹਦਾ ਅੱਗੇ ਬੋਝ ਜਿਹੜਾ ਹੈ ਉਹਦੇ ਕੋਲ ਝੱਲਿਆ ਨਹੀਂ ਜਾ ਰਿਹਾ। ਸੋ ਮੇਰਾ ਖੋਖਰ ਸਾਹਿਬ ਇਨ ਸ਼ੋਰਟ ਸ਼ਬਦਾਂ ਦੇ ਵਿੱਚ ਸਾਡਾ ਇਹ ਹੈ ਵੀ ਅਸੀਂ ਦੋਵੇਂ ਭਰਾ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਕੱਲ੍ਹ ਨੂੰ, ਸਾਨੂੰ ਕੋਈ ਜਥੇਬੰਦੀ ਸਾਨੂੰ ਅੱਜ ਵੀ ਸਾਨੂੰ ਅਪਰੋਚ ਕਰ ਰਹੀਆਂ ਨੇ, ਜਥੇਬੰਦੀਆਂ ਬਹੁਤ ਨੇ, ਈਵਨ ਫਾਰਮਰਸ ਇਹ ਗੱਲ ਕਹਿ ਰਹੇ ਨੇ ਵੀ ਸਰ ਤੁਹਾਡਾ ਜਿਹੜਾ ਵੇ ਸੀ, ਕਿਉਂਕਿ ਦੇਖੋ ਇੱਕ ਗੇਮ ਤਾਂ ਸੀ, ਇੱਕ ਗੱਲ ਤਾਂ ਸੀਗੀ, ਪਲਾਨ ਸੀ ਵੀ ਅਸੀਂ ਐਜੀਟੇਸ਼ਨਸ ਕਰਨੇ ਨੇ। ਸੈਕੰਡ ਸੀਗਾ ਵੀ ਕੀ CM ਸਾਹਿਬ ਨੂੰ ਮੈਮੋਰੰਡਮ ਦੇਈ ਜਾ ਰਹੇ ਸੀ, ਕੀ ਤੁਸੀਂ ਐਕਸ਼ਨ ਲਵੋ, ਉਹ ਅਜੇ ਵੇਟਿੰਗ 'ਚ ਸੀਗਾ। ਤਾਂ ਇਹ ਜਿਹੜੀ ਅਸੀਂ ਦੋਵਾਂ ਭਰਾਵਾਂ ਨੇ ਆਪਣੇ ਵੱਲੋਂ ਜਿਹੜਾ ਇੱਕ ਅਸੀਂ ਮੈਂ ਕਹਾਂਗਾ ਅਸੀਂ ਆਪਣੇ ਸਾਰੀ ਇੱਕ ਟੀਮ ਹੈ ਜਿਹੜੀ ਸਾਡੀ ਲਾਇਰਸ ਦੀ, ਸਾਡੀ ਹਾਈ ਕੋਰਟ ਚੰਡੀਗੜ੍ਹ 'ਚ ਵੀ ਹੈ, ਉੱਧਰ ਵੀ ਹੈ, ਅਸੀਂ ਸਾਰਿਆਂ ਨੇ ਇੱਕ ਆਪਸ 'ਚ ਪਲਾਨ ਇਹ ਬਣਾਇਆ, ਪਲਾਨ ਕਹਿ ਲਓ ਜਾਂ ਤੁਸੀਂ ਕਹਿ ਲਓ ਵੀ ਸਾਡੇ ਕਾਨੂੰਨ ਮੁਤਾਬਕ ਅਸੀਂ ਜਿਹੜਾ ਸੀ ਉਹ ਅਸੀਂ ਜਿਹੜੀ ਵੀ ਐਸੋਸੀਏਸ਼ਨ ਸਾਡੇ ਕੋਲ ਆਈ ਅਸੀਂ ਉਹਨੂੰ ਗਾਈਡ ਕੀਤਾ ਵੀ ਇਹਦੇ ਮੁਤਾਬਕ ਅਸੀਂ ਜਿਹੜਾ ਅਸੀਂ ਤੁਹਾਡੀ ਕੋਰਟ ਦੇ ਵਿੱਚ ਤੁਹਾਨੂੰ ਇਨਸਾਫ ਦਿਵਾ ਸਕਦੇ। ਇੱਕ ਜਾਣ ਤੋਂ ਪਹਿਲਾਂ ਇੱਕ ਗੱਲ ਕਰ ਦੂੰਗਾ, ਜਿਹੜੀ ਇਹ ਓਪਨ ਮਾਰਕੀਟ ਦੀ ਗੱਲ ਕਰਦੇ ਨੇ ਨਾ, ਪੰਜਾਬ ਦੇ ਵਿੱਚ ਮੰਨ ਲਓ ਜਿਹੜਾ ਕਣਕ ਦਾ ਜਾਂ ਝੋਨੇ ਦਾ ਰੇਟ ਮੈਨੂੰ 1900 ਮਿਲਦਾ ਪਿਆ, ਇੱਕ ਮੈਂ ਹੁਣ ਪੀਂਗੇ ਕਿਸਾਨ ਗੱਲ ਕਰਨ ਲੱਗਾ, ਇਹ ਮੈਨੂੰ ਕਰਨਾਟਕਾ 3200 ਰੁਪਈਆ ਉੱਥੋਂ ਵਪਾਰੀ ਕਹਿੰਦਾ ਜੀ ਇੱਥੇ ਤੁਸੀਂ ਲੈ ਆਓ, ਇੱਥੇ ਮੈਂ ਤੁਹਾਨੂੰ 3200 ਰੁਪਏ ਨੂੰ ਦਊਂਗਾ। ਤੁਸੀਂ ਸਰ ਮੈਨੂੰ ਇਹ ਦੱਸੋ ਵੀ ਇੱਕ ਟਰਾਲੀ ਦੇ ਵਿੱਚ 80-85 ਕੁਇੰਟਲ ਟੋਟਲ ਆਪਾਂ ਝੋਨਾ ਜਿਹੜਾ ਉਹ ਪੈਂਦਾ ਤੇ ਕਣਕ ਪੈਂਦੀ ਹੈ 100 ਕੁਇੰਟਲ, ਕਿਉਂਕਿ ਅਸੀਂ ਤਾਂ ਆਪ ਟਰਾਲੀਆਂ ਲੈ ਕੇ ਚੱਲਦੇ ਹਾਂ, ਹੈ ਨਾ, ਸਾਨੂੰ ਸਭ ਪਤਾ ਹੈ। ਪਹਿਲੀ ਗੱਲ ਤਾਂ ਉੱਥੇ ਜੇਕਰ ਉਹ ਲੈ ਕੇ ਜਾਂਦਾ ਹੈ ਕਿ ਵਾਇਬਿਲਿਟੀ ਹੈ, ਦੂਜੀ ਗੱਲ
ਸਰ ਫਰਕ ਕਿੰਨਾ ਪੈ ਰਿਹਾ ਹੈ? ਸਾਰਾ ਫਰਕ ਪੈ ਰਿਹਾ 70-80 ਹਜ਼ਾਰ ਦਾ। ਤੇ ਕੀ ਇਹ ਜਿਹੜਾ ਕਿਰਾਇਆ ਹੈ ਇਹ ਉਹਦੇ ਵਿੱਚ ਵਾਰਾ ਖਾਊਗਾ? ਫਿਰ ਅਗਲੀ ਗੱਲ ਬੇਰਾਮੀ 7-8 ਦਿਨ ਦੀ, ਔਰ ਉਦੋਂ ਬਾਅਦ ਜਿਹੜੇ ਵਪਾਰੀ ਕੋਲ ਜਾਂਦਾ ਹੈ, ਜਿਹੜਾ ਅੱਜ ਸਰ 3200 ਕਹਿ ਰਿਹਾ ਨਾ, ਜਿੱਦਣ ਸਾਡਾ ਪੰਜਾਬ ਦਾ ਕਿਸਾਨ ਕਰਨਾਟਕਾ ਪਹੁੰਚੂਗਾ ਉਦਣ ਉਹੀ ਰੇਟ ਸਰ 2600 ਰੁਪਇਆ ਹੋਊਗਾ। ਉਹ ਫਿਰ ਕੀ ਕਰਨਗੇ? ਉਹ ਕੀ ਕਰਨਗੇ? ਇੱਕ ਵਿੱਚ ਪੁਆਇੰਟ ਹੈ, ਹਾਂਜੀ। ਉਹ ਕਹਿੰਦੇ ਤੁਹਾਡੇ ਤੋਂ ਕੋਈ ਹੋਰ ਵਪਾਰੀ ਖਰੀਦ ਸਕਦਾ, ਕਿਸਾਨ ਉੱਥੇ ਵੇਚਣ ਨਹੀਂ ਜਾਣਗੇ, ਠੀਕ ਹੈ ਜੀ। ਇੱਥੇ ਵਪਾਰੀ ਖਰੀਦਣ ਹੋਣਗੇ, ਕੋਈ ਬਾਹਰਲਾ ਵਪਾਰੀ ਆ ਸਕਦਾ। ਮੈਂ ਤੁਹਾਨੂੰ ਦੱਸਦਾ, ਦੇਖੋ ਜਿਹੜੀ ਇਹ ਫਿਰ ਪ੍ਰੈਕਟੀਕਲ ਗੱਲ ਜਿਹੜੀ ਆਪਾਂ ਇਸ ਗੱਲ ਤੇ ਕਰਦੇ ਨਾ, Imaginary ਫਿਰ ਓਪਨ ਮਾਰਕੀਟ ਤੁਸੀਂ ਕਹਿ ਤਾਂ ਇਹ ਰਹੇ ਹੋ ਵੀ ਫਾਰਮਰ ਨੂੰ ਜਿਹੜਾ ਉਹ ਬੈਰੀਅਰ ਸੀਗਾ ਉਹ ਚੱਕਤਾ। ਤੁਸੀਂ ਮੇਰੀ ਗੱਲ ਸੁਣੋ ਸਰ, ਜਿਹੜੇ ਬਾਹਰੋਂ ਵਪਾਰੀ ਆਉਣਗੇ, ਜਿਹੜੇ ਪੰਜਾਬ ਤੋਂ ਬਾਹਰੋਂ ਵਪਾਰੀ ਆਉਣਗੇ, ਇਹ ਹੁਣ ਕਿਆਸੇ ਨੇ ਵੀ ਜੋ ਬਾਹਰੋਂ ਵਪਾਰੀ ਆਉਣਗੇ। ਸਰ ਇੱਕ ਚੀਜ਼ ਮੈਂ ਤੁਹਾਨੂੰ ਇੱਕ ਸੁਜੈਸ਼ਨ ਦੇ ਦਿੰਦਾ, ਇਹ ਚੀਜ਼ ਕਰਨ ਤੋਂ ਪਹਿਲਾਂ ਦਾ ਮੈਨਰ ਦੇਖੋ। ਬ੍ਰਦਰ ਵਾਲੀ ਗੱਲ ਸੁਣੋ, ਮੈਡੀਕਲ ਐਮਰਜੈਂਸੀ ਲੱਗੀ ਹੈ, ਇਹ ਚਾਹੀਦਾ ਇਹਨਾਂ ਨੂੰ ਕੀ ਸੀ ਕਿ ਇਸ ਵਾਰੀ ਇਹੋ ਜਿਹਾ ਆਰਡੀਨੈਂਸ ਕੋਈ ਡਰਾਫਟ ਨਾ ਕਰਦੇ, ਕੁਛ ਨਾ ਕਰਦੇ, ਟ੍ਰਾਇਲ ਵਜੋਂ ਇਹ ਮੰਡੀਆਂ 'ਚ ਇਸ ਵਾਰੀ ਇੰਟਰੋਡਿਊਸ ਕਰਵਾ ਦਿੰਦੇ, ਮੰਨ ਲਓ ਪ੍ਰਾਈਵੇਟ ਵਪਾਰੀਆਂ ਨੂੰ। ਮੈਨੂੰ ਪਤਾ ਵੀ ਯਾਰ ਝੋਨਾ ਐਕਤੀ 1888 ਨੂੰ ਵਿਕਣਾ ਹੈ, ਮੈਨੂੰ ਪ੍ਰਾਈਵੇਟ ਵਪਾਰੀ ਕਹਿੰਦਾ ਮੈਂ ਤੁਹਾਡਾ 2200 ਨੂੰ ਚੱਕਦਾ, ਇਹ ਉਹ ਦੂਜਾ ਆਉਂਦਾ ਉਹ ਕਹਿੰਦਾ 2500 ਨੂੰ ਚੱਕਦਾ, ਤੀਜਾ ਆਉਂਦਾ 2900 ਨੂੰ ਚੱਕਦਾ। ਜਿੱਦਾਂ ਇਹ ਐਕਟ 'ਚ ਕਹਿ ਰਹੇ ਨੇ 24 ਘੰਟਿਆਂ 'ਚ ਮੈਨੂੰ ਹੁੰਦੀ ਪੇਮੈਂਟ, ਤਾਂ ਕਿਸਾਨ ਨੂੰ ਘੱਟੋ ਘੱਟ ਸਰਕਾਰ ਵਿੱਚ ਰਹਿੰਦੀ ਵੀ ਮੇਰਾ 1900 ਨੂੰ ਤਾਂ ਮੇਰਾ ਵਿਕ ਹੀ ਰਿਹਾ। ਜੇ ਯੈਸ ਮੈਂ ਕਿਸਾਨ ਆਪ ਤਿਆਰ ਹੁੰਦਾ। ਸੋ ਇਹਨਾਂ ਨੇ ਇਹ ਟ੍ਰਾਇਲ ਨਹੀਂ ਕੀਤਾ, ਇਹਨਾਂ ਨੇ ਸਿੱਧਾ ਉਹਨਾਂ ਨੂੰ ਕੋਮਾ 'ਚ ਸੁੱਟਿਆ ਵੀ ਆਹ ਤੁਹਾਡੇ। ਦੇਖੋ ਕਿਸਾਨ ਦੀ ਹਾਲਤ, ਇਹ ਉਹ ਕਿਸਾਨ ਹੈ ਜਿਹੜਾ ਸਾਡੇ ਕੋਲ ਕੇਸ ਆਉਂਦੇ ਨੇ ਸਰ, ਅਸੀਂ ਲੋਕਾਂ ਨੂੰ ਗਾਈਡ ਕਰਦੇ ਹਾਂ ਕਿ ਯਾਰ ਤੂੰ ਇੱਕ ਵੱਟ ਬੰਨੇ ਪਿੱਛੇ ਯਾਰ ਤੂੰ ਭਰਾ ਮਾਰਤਾ, ਤੂੰ ਆਪਣੇ ਪਿੰਡ ਦੇ ਵਿੱਚ ਆਪਣੇ ਭਰਾ ਮਾਰਤੇ। ਭਾਜੀ ਉਹ ਕਹਿੰਦੇ ਨੇ ਵੱਟ ਨਹੀਂ ਇੱਧਰ ਹੋਣ ਦੇਣੀ। ਇਹ ਉਹ ਕਿਸਾਨ ਹੈ, ਇਹ ਤੁਸੀਂ ਇਹਦੇ ਨਾਲ ਨਾ ਇੱਦਾਂ ਕਰੋ। ਦੇਖੋ ਲੀਗਲ ਜੋ ਵੀ ਲੜਾਈ ਹੋਏਗੀ, ਬੀਇੰਗ ਏ ਕਿਸਾਨ ਅਸੀਂ ਉਹ ਹਾਂ। ਮੈਂ ਤੁਹਾਨੂੰ ਆਪਣੀ ਇੱਕ ਛੋਟੀ ਉਦਾਹਰਨ ਦਿੰਦਾ, ਐਕਤੀ ਮੀਆਂ ਕਰਕੇ ਸਾਡੀ ਆਪਣੀ 10-12 ਕਿੱਲੇ ਕਣਕ ਮਰ ਗਈ, ਥੋੜ੍ਹੀ ਪੈਲੀ ਨਹੀਂ ਵੀ ਸੀਗੀ, ਮੱਕੀ ਬੀਜਤੀ ਸਰ। ਮੱਕੀ ਉਹ 10-12 ਕਿੱਲਿਆਂ 'ਚ ਯਕੀਨ ਮੰਨਿਓ ਮੇਰੇ ਖਿਆਲ 'ਚ 22,000 ਦੀ ਮੱਕੀ ਕਿੱਲੇ, ਮਗਰ 22,000 ਦੀ ਮੱਕੀ ਹੋਈ ਹੈ ਤਾਂ 18,000 ਖਰਚਾ ਹੋ ਗਿਆ ਉਹਦੇ ਵਿੱਚ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕਿਸਾਨ ਦਾ ਇੱਕ ਵਾਰੀ ਦੀ ਫਸਲ ਟੁੱਟੀ, ਕੀ ਦੁਬਾਰਾ ਆਪਾਂ ਉਸ ਪੈਰਾਂ 'ਤੇ ਆ ਕੇ ਖੜ ਸਕਦੇ ਹਾਂ? ਸੋ ਇਨਸਟੈਡ ਆਫ ਕਿ ਤੁਸੀਂ ਫਟਾਫਟ ਆਪਣਾ ਹੱਥ ਪਿੱਛੇ ਖਿੱਚ ਲਿਆ, ਤੁਸੀਂ ਆਪਣੀ MSP ਲਾ ਕੇ ਰੱਖਦੇ। ਇਸ ਤੋਂ ਉੱਪਰ ਜੇ ਕੋਈ ਵਪਾਰੀ ਆਉਂਦਾ 2-4 ਸਾਲ ਇੱਦਾਂ ਚੱਲਦਾ, ਉਸ ਤੋਂ ਬਾਅਦ ਹੋ ਸਕਦਾ ਸੀ ਕਿਸਾਨ ਹੀ ਇਹ ਗੱਲ ਕਹਿ ਦਿੰਦਾ ਜੀ ਸਾਨੂੰ ਤਾਂ ਪ੍ਰਾਈਵੇਟ ਬੇਸ਼ੱਕ ਓਪਨ ਮਾਰਕੀਟ ਕਰ ਦਿਓ। ਠੀਕ ਹੈ, ਬਾਕੀ ਬਹੁਤ ਸਾਰੇ ਹੋਰ ਵੀ ਸਵਾਲ ਨੇ, ਅਗਲੀ ਇੰਟਰਵਿਊ ਦੇ ਵਿੱਚ ਆਪਾਂ ਕਰਾਂਗੇ। ਸੋ ਇਹ ਸਨ ਘੁੰਮਣ ਬ੍ਰਦਰ, ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਾਨੂੰਨੀ ਲੜਾਈ ਲੜਨ ਦਾ ਅਸਲੀ ਜੋ ਸੱਚ ਬਿਆਨ ਕੀਤਾ। ਇਹਨਾਂ ਨੇ ਸਪਸ਼ਟ ਕਿਹਾ ਕਿ ਹੁਣ ਵੀ ਜੇ ਕੋਈ ਕਿਸਾਨ ਜਾਂ ਕਿਸਾਨ ਜਥੇਬੰਦੀ ਉਹਨਾਂ ਕੋਲ ਕੇਸ ਦਾਇਰ ਕਰਾਉਣ ਲਈ ਆਉਣਗੇ ਤਾਂ ਉਹ ਮੁਫਤ ਕਾਨੂੰਨੀ ਸੇਵਾ ਆਪਣੇ ਵੱਲੋਂ ਪ੍ਰਦਾਨ ਕਰਨਗੇ, ਕਿਉਂਕਿ ਉਹਨਾਂ ਨੂੰ ਕਿਸਾਨੀ ਨਾਲ ਹਮਦਰਦੀ ਆ ਤੇ ਉਹ ਖੁਦ ਕਿਸਾਨ ਨੇ। ਦੇਖਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੁਣ ਕਾਨੂੰਨੀ ਲੜਾਈ ਲੜਨਗੇ, ਕਿਉਂਕਿ ਘੁੰਮਣ ਬ੍ਰਦਰ ਨੇ ਵੀ ਮੁੱਖ ਮੰਤਰੀ 'ਤੇ ਸਵਾਲ ਖੜੇ ਕੀਤੇ ਨੇ ਕਿ ਉਹਨਾਂ ਨੇ ਇਸ ਮਾਮਲੇ 'ਚ ਢਿੱਲ ਵਰਤੀ ਹੋਈ ਹੈ। ਕੈਮਰਾਮੈਨ ਮਨੋਜ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।